ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਅਸ਼ਟਪਦੀ ਨੰਬਰ 15 ਉਸ ਦਾ ਬੰਦ ਨੰਬਰ 3 ਅਤੇ 4 ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 282 ਤੇ ਦਰਜ ਹੈ। ਸੋ ਅੱਜ ਦੀ ਇਸ ਕਲਾਸ ਵਿੱਚ ਆਪ ਸਾਰੀ ਸੰਗਤ ਨੂੰ ਜੀ ਆਇਆਂ ਆਖਦਾ ਹਾਂ ਤੇ ਅੱਜ ਦੀ ਆਪਾਂ ਵਿਚਾਰ ਹੁਣ ਸ਼ੁਰੂ ਕਰਦੇ ਹਾਂ। ਇਸ ਅਸ਼ਟਪਦੀ ਦਾ ਜੋ ਸ਼ਲੋਕ ਹੈ ਉਹਦੇ ਵਿੱਚ ਗੁਰੂ ਜੀ ਨੇ ਇਹ ਬਚਨ ਲਿਖੇ ਨੇ ਕਿ ਪ੍ਰਮਾਤਮਾ ਸਰਬ ਸ਼ਕਤੀਮਾਨ ਹੈ ਤੇ ਸਾਡੇ ਸਾਰਿਆਂ ਦੀਆਂ ਦਿਲਾਂ ਦੀ ਪੀੜਾ ਨੂੰ ਜਾਣਨ ਵਾਲਾ ਹੈ। ਉਸ ਦਾ ਸਿਮਰਨ ਕਰਨ ਨਾਲ ਅਸੀਂ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਾਂ, ਯਾਨੀ ਮੁਕਤੀ ਦੇ ਮੁਕਾਮ ਤੇ ਪਹੁੰਚ ਜਾਂਦੇ ਹਾਂ। ਤੇ ਗੁਰੂ ਜੀ ਆਖਦੇ ਨੇ, ਮੈਂ ਜਿਹਦਾ ਨਾਮ ਸਿਮਰ ਕੇ ਸੰਸਾਰ ਸਾਗਰ ਤੋਂ ਪਾਰ ਹੁੰਨਾ, ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਹੋਈਦਾ, ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਸੋ ਇਹ ਗੱਲ ਜੀ ਆਪਾਂ ਹਮੇਸ਼ਾ ਚਿੱਤ ਵਿੱਚ ਰੱਖਣੀ ਹੈ ਕਿ ਪ੍ਰਮਾਤਮਾ ਸਰਬ ਸ਼ਕਤੀਮਾਨ ਹੈ। ਅਸੀਂ ਕਈ ਵਾਰੀ ਅੱਜ ਕੱਲ੍ਹ ਵਿਗਿਆਨਿਕ ਯੁੱਗ ਹੈ ਤੇ ਵਿਗਿਆਨ ਦੀਆਂ ਨਵੀਆਂ ਕਾਢਾਂ ਆਉਂਦੀਆਂ ਨੇ ਤੇ ਇਹ ਜਿਹੜੀਆਂ ਕਾਢਾਂ ਨੇ ਸੱਚੀ ਮੁੱਚੀ ਮਨ ਨੂੰ ਹੈਰਾਨ ਕਰ ਦਿੰਦੀਆਂ ਨੇ ਤੇ ਆਮ ਲੋਕ ਇਸ ਵਿਗਿਆਨ ਦੀਆਂ ਨਵੀਆਂ ਕਾਢਾਂ ਨੂੰ ਵੇਖ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਨੇ। ਤੋ ਇਸ ਤਰ੍ਹਾਂ ਸਮਝਣ ਲੱਗ ਪੈਂਦੇ ਨੇ ਕਿ ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹ ਵਿਗਿਆਨ ਜਾਂ ਇਹ ਸਾਇੰਸ ਹੀ ਸਭ ਕੁਝ ਹੈ। ਇੱਥੋਂ ਤੱਕ ਕੁਝ ਲੋਕ ਇਸ ਤਰ੍ਹਾਂ ਵੀ ਆਖ ਦਿੰਦੇ ਨੇ ਕਿ ਆਦਮੀ ਹੀ ਸਭ ਕੁਝ ਹੈ, ਆਦਮੀ ਹੀ ਸਭ ਕੁਝ ਕਰਨ ਨੂੰ ਸਮਰੱਥ ਹੈ। ਪਰ ਅਸੀਂ ਜਿਹੜੇ ਗੁਰਮਤਿ ਨਾਲ ਜੁੜਨਾ ਚਾਹੁੰਦੇ ਹਾਂ, ਅਧਿਆਤਮਵਾਦ ਨਾਲ ਜੁੜਨਾ ਚਾਹੁੰਦੇ ਹਾਂ, ਸਾਨੂੰ ਇਹ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਭਾਵੇਂ ਵਿਗਿਆਨ ਦੀਆਂ ਕਾਢਾਂ ਬੜੀਆਂ ਵੱਡੀਆਂ ਨੇ, ਭਾਵੇਂ ਉਹ ਸਾਡੇ ਮਨ ਨੂੰ ਹੈਰਾਨ ਕਰ ਦੇਣ ਵਾਲੀਆਂ ਨੇ, ਇਹਨਾਂ ਦੇ ਬਾਵਜੂਦ ਵੀ ਇੱਕ ਉਹ ਸੱਤਾ ਏ, ਇੱਕ ਉਹ ਸ਼ਕਤੀ ਏ ਜਿਸ ਨੇ ਮਨੁੱਖ ਨੂੰ ਇੱਕ ਇਹੋ ਜਿਹਾ ਦਿਮਾਗ ਦਿੱਤਾ, ਜਿਸ ਦਿਮਾਗ ਦੇ ਦੁਆਰਾ ਇਸ ਨੇ ਏਡੀਆਂ ਵੱਡੀਆਂ ਕਾਢਾਂ ਕੱਢੀਆਂ। ਸੋ ਉਸ ਪਰਮਾਤਮਾ ਨੂੰ ਕਦੇ ਨਹੀਂ ਭੁੱਲਣਾ ਤੇ ਉਹ ਹਮੇਸ਼ਾ ਚਿੱਤ ਵਿੱਚ ਰੱਖਣਾ ਕਿ ਉਹ ਸਰਬ ਸ਼ਕਤੀਮਾਨ ਹੈ। ਉਹ ਜੋ ਚਾਹੇ ਕਰ ਸਕਦਾ ਹੈ। ਉਹ ਕਿਸੇ ਬੰਦੇ ਨੂੰ ਬਹੁਤ ਵੱਡਾ ਸਾਇੰਟਿਸਟ ਯਾਨੀ ਵਿਗਿਆਨੀ ਵੀ ਬਣਾ ਸਕਦਾ ਹੈ ਤੇ ਕਿਸੇ ਕੋਲੋਂ ਆਪਣੀ ਬਖਸ਼ੀ ਹੋਈ ਇਹ ਦਿਮਾਗ ਰੂਪੀ ਦਾਤ ਨੂੰ ਵਾਪਸ ਲੈ ਕੇ ਉਹਨੂੰ ਜ਼ੀਰੋ ਤੇ ਵੀ ਲਿਆ ਸਕਦਾ ਹੈ। ਇਹ ਪਰਮਾਤਮਾ ਸਰਬ ਸ਼ਕਤੀਮਾਨ ਹੈ ਤੇ ਸਾਡੇ ਅੰਦਰ ਦੀਆਂ ਜਾਣਨ ਵਾਲਾ ਹੈ। ਸੋ ਸ਼ਲੋਕ ਵਿੱਚ ਗੁਰੂ ਜੀ ਨੇ ਆਪਾਂ ਨੂੰ ਇਹ ਬਚਨ ਸਮਝਾਏ ਨੇ। ਸੋ ਪਿਛਲੀ ਕਲਾਸ ਵਿੱਚ ਆਪਾਂ ਬੰਦ ਨੰਬਰ 1 ਅਤੇ ਬੰਦ ਨੰਬਰ 2 ਕੀਤੇ ਸਨ ਤੇ ਉਹਨਾਂ ਦੀਆਂ ਬਿਲਕੁਲ ਅਖੀਰਲੀਆਂ ਪੰਕਤੀਆਂ ਤੁਹਾਡੇ ਸਾਹਮਣੇ ਨੇ। ਬੰਦ ਨੰਬਰ 1 ਵਿੱਚ ਗੁਰੂ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਸੀ ਕਿ ਪਰਮਾਤਮਾ ਦਾ ਨਾਮ ਹੀ ਸਾਨੂੰ ਜਪਣਾ ਚਾਹੀਦਾ ਹੈ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਕੋਈ ਵੀ ਦੁਨਿਆਵੀ ਚੀਜ਼ ਸਾਡੇ ਕੰਮ ਵਿੱਚ ਆਉਣ ਵਾਲੀ ਨਹੀਂ, ਭਾਵ ਸਾਡੇ ਨਾਲ ਨਿਭਣ ਵਾਲੀ ਨਹੀਂ। ਜੇ ਸਾਡਾ ਵਿਕਾਰਾਂ ਤੋਂ ਮੁਕਤੀ ਹੋਣੀ ਹੈ ਜਾਂ ਅਸੀਂ ਬੰਦ ਖਲਾਸੀ ਸ਼ਬਦ ਵਰਤ ਲਈਏ, ਜੇ ਸਾਡੀ ਬੰਦ ਖਲਾਸੀ ਹੋਣੀ ਹੈ
तो एक वाਹਿਗੁਰੂ जी ਦਾ ਨਾਮ ਜਪ ਕੇ ਹੀ ਹੋਣੀ ਹੈ, ਹੋਰ ਕੋਈ ਦੂਸਰਾ ਰਸਤਾ ਨਹੀਂ। ਤੇ ਬੰਦ ਨੰਬਰ 2 ਵਿੱਚ ਉਹਨਾਂ ਨੇ ਆਖਿਆ ਸੀ ਕਿ ਪਰਮੇਸ਼ਵਰ ਦਾ ਨਾਮ ਸਾਡੇ ਤੋਂ ਜਪਿਆ ਕਿਉਂ ਨਹੀਂ ਜਾਂਦਾ, ਅਸੀਂ ਕਿਉਂ ਨਹੀਂ ਇਹਦੇ ਵਿੱਚ ਹਰ ਵਕਤ ਜੁੜੇ ਰਹਿ ਸਕਦੇ। ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੰਦਰ ਨਾ ਇੱਕ ਹਉਮੈ ਰੂਪੀ ਰੋਗ ਲੱਗਿਆ ਹੋਇਆ ਹੈ। ਉਸ ਰੋਗ ਦੇ ਕਾਰਨ ਅਸੀਂ ਵਾਹਿਗੁਰੂ ਜੀ ਦੇ ਨਾਲ ਹਰ ਵਕਤ ਜੁੜੇ ਨਹੀਂ ਰਹਿ ਸਕਦੇ। ਹਉਮੈ ਸਾਨੂੰ ਸਾਡੇ ਇਹਨਾਂ ਜੀਵਾਂ ਤੋਂ ਵੀ ਤੇ ਸਾਡੇ ਆਪਣੇ ਆਪੇ ਤੋਂ ਭਾਵ ਪਰਮਾਤਮਾ ਤੋਂ ਵੱਖਰਿਆਂ ਕਰਦੀ ਹੈ। ਸੋ ਜਿੰਨਾ ਚਿਰ ਇਹ ਹਉਮੈ ਵਾਲਾ ਰੋਗ ਸਾਡੇ ਅੰਦਰ ਰਹੇਗਾ, ਉਨਾ ਚਿਰ ਅਸੀਂ ਉਸ ਨਾਲੋਂ ਵੱਖਰੇ ਰਵਾਂਗੇ। ਜਦੋਂ ਇਹ ਹਉਮੈ ਵਾਲਾ ਰੋਗ ਨਿਵਰਤ ਹੋ ਜਾਏਗਾ ਗੁਰੂ ਦੀ ਕਿਰਪਾ ਨਾਲ, ਉਦੋਂ ਅਸੀਂ ਉਸ ਪਰਮਾਤਮਾ ਨਾਲ ਜੁੜ ਕੇ ਤੇ ਸਦਾ ਲਈ ਅਰੋਗ ਹੋ ਜਾਵਾਂਗੇ, ਤੰਦਰੁਸਤ ਹੋ ਜਾਵਾਂਗੇ। ਸੋ ਇੱਥੇ ਤੰਦਰੁਸਤੀ ਦਾ ਮਤਲਬ ਹੈ ਆਤਮਿਕ ਤੌਰ ਤੇ ਅਰੋਗ ਹੋ ਜਾਣਾ। ਯਾਨੀ ਜਦੋਂ ਕਿਸੇ ਮਨੁੱਖ ਦੇ ਅੰਤःਕਰਨ ਵਿੱਚੋਂ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿਕ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ ਗੁਰੂ ਦੀ ਕਿਰਪਾ ਦਾ ਸਦਕਾ, ਤਦੋਂ ਉਹ ਮਨੁੱਖ ਆਤਮਿਕ ਤੌਰ ਤੇ ਸਵਸਥ ਹੋ ਜਾਂਦਾ ਹੈ, ਅਰੋਗ ਹੋ ਜਾਂਦਾ ਹੈ। ਸੋ ਇਹ ਬਚਨ ਸਾਨੂੰ ਗੁਰੂ ਜੀ ਨੇ ਸਮਝਾਏ ਸਨ। ਸੋ ਅੱਜ ਆਪਾਂ ਬੰਦ ਨੰਬਰ 3 ਸ਼ੁਰੂ ਕਰਦੇ ਹਾਂ। ਇਹਦੀਆਂ ਜਿਹੜੀਆਂ ਪਹਿਲੀਆਂ 2 ਪੰਕਤੀਆਂ ਨੇ ਉਹਦੇ ਵਿੱਚ ਗੁਰੂ ਜੀ ਨੇ ਆਖਿਆ, ਜਿਉਂ ਮੰਦਰ ਕੋ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਇੱਥੇ 2 ਸ਼ਬਦ ਨੇ, ਥੰਮਨ ਅਤੇ ਅਸਥੰਮਨ। ਥੰਮਨ ਦਾ ਮਤਲਬ ਹੈ ਇੱਕ ਥੰਮੀ ਜਿਹੜੀ ਅਸੀਂ ਸ਼ਤੀਰ ਦੇ ਹੇਠਾਂ ਦਿੰਦੇ ਹਾਂ ਜਦੋਂ ਘਰ ਬਣਾਈਦਾ ਹੈ। ਅੱਜ ਦੀ ਬੋਲੀ 'ਚ ਅਸੀਂ ਪਿੱਲਰ ਆਖ ਸਕਦੇ ਹਾਂ। ਅਸਥੰਮਨ ਦਾ ਮਤਲਬ ਹੈ ਸਹਾਰਾ, ਟੇਕ। ਇੱਥੇ ਗੁਰੂ ਜੀ ਨੇ ਇਸ ਪੂਰੇ 3 ਨੰਬਰ ਬੰਦ ਵਿੱਚ 4 ਉਦਾਹਰਨਾਂ ਇਹੋ ਜਿਹੀਆਂ ਲਈਆਂ ਨੇ, ਜਿਨ੍ਹਾਂ ਵਿੱਚ ਉਹ ਆਖਦੇ ਨੇ ਕਿ ਜਿਸ ਤਰ੍ਹਾਂ ਆਹ ਚੀਜ਼ ਦੇ ਵਰਤਨ ਨਾਲ ਆਹ ਹੋ ਜਾਂਦਾ, ਇਸ ਤਰ੍ਹਾਂ ਇਹਦੇ ਨਾਲ ਉਹ ਹੋ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਸੂਰਜ ਦੇ ਨਿਕਲਣ ਨਾਲ ਹਨੇਰਾ ਅਲੋਪ ਹੋ ਜਾਂਦਾ ਹੈ, ਤਿਵੇਂ ਗੁਰੂ ਦੇ ਗਿਆਨ ਰੂਪ ਪ੍ਰਕਾਸ਼ ਹੋ ਜਾਣ ਦੇ ਨਾਲ ਮਨੁੱਖੀ ਮਨ ਵਿੱਚੋਂ ਅਗਿਆਨਤਾ ਦਾ ਹਨੇਰਾ ਅਲੋਪ ਹੋ ਜਾਂਦਾ ਹੈ। ਜਿਵੇਂ ਬਰਸਾਤ ਦੇ ਪੈਣ ਨਾਲ ਪੂਰੀ ਵਨਸਪਤੀ ਹਰੀ ਭਰੀ ਹੋ ਜਾਂਦੀ ਏ, ਤਲਾਬ, ਨਦੀਆਂ, ਨਾਲੇ ਪਾਣੀ ਨਾਲ ਭਰ ਜਾਂਦੇ ਨੇ। ਮਨੁੱਖਤਾ ਹੀ ਨਹੀਂ ਸਗੋਂ ਸਮੁੱਚੇ ਜੀਵ ਜੰਤ ਪ੍ਰਸੰਨ ਤੇ ਖੁਸ਼ ਚਿੱਤ ਹੁੰਦੇ ਨੇ, ਸ਼ਾਂਤ ਹੁੰਦੇ ਨੇ। ਇਸੇ ਤਰ੍ਹਾਂ ਜਦੋਂ ਪਰਮਾਤਮਾ ਦੇ ਨਾਮ ਰੂਪੀ ਬਰਸਾਤ ਸਾਡੇ ਅੰਦਰ ਹੁੰਦੀ ਅੰਤःਕਰਨ ਤੇ, ਉਦੋਂ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ, ਅਡੋਲ ਹੋ ਜਾਂਦਾ ਹੈ, ਇਹਦੀ ਭਟਕਣਾ ਮੁੱਕ ਜਾਂਦੀ ਹੈ। ਸੋ ਇਸ ਤਰ੍ਹਾਂ ਗੁਰੂ ਜੀ ਨੇ ਉਦਾਹਰਨਾਂ ਲਈਆਂ ਨੇ ਕਿ ਜਿਵੇਂ ਆ ਹੁੰਦਾ ਹੈ ਤਿਵੇਂ ਆ ਹੁੰਦਾ ਹੈ। ਸੋ ਇੱਥੇ ਹੁਣ ਪਹਿਲੀਆਂ 2 ਪੰਕਤੀਆਂ ਨੇ, ਜਿਉਂ ਜਿਵੇਂ ਮੰਦਰ ਕੋ ਥਾਮੈ ਥੰਮਨ। ਮੰਦਰ ਦਾ ਮਤਲਬ ਇੱਥੇ ਮਕਾਨ ਲਈਏ, ਅਸੀਂ ਕਮਰਾ ਲਈਏ, ਕੋਠਾ ਆਖ ਲਈਏ। ਜਿਵੇਂ ਉਸ ਦੀ ਛੱਤ ਨੂੰ ਥੰਮੀ ਦੇ ਕੇ ਉਹਨੂੰ ਰੋਕਿਆ ਜਾਂਦਾ ਡਿੱਗਣ ਤੋਂ, ਤਿਵੇਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਗਿਆਨ ਹੈ, ਗੁਰੂ ਦੇ ਦਿੱਤਾ ਹੋਇਆ ਸ਼ਬਦ ਜਿਸ ਨੂੰ ਦਾ ਅਸੀਂ ਸਿਮਰਨ ਕਰਨਾ ਹੈ, ਉਹ ਸ਼ਬਦ ਮਨ ਹੈ ਅਸਥੰਮਨ। ਸਾਡੇ ਮਨ ਨੂੰ ਉਸ ਦੀ ਟੇਕ ਹੈ, ਉਸ ਦਾ ਸਹਾਰਾ ਹੈ। ਸਾਡਾ ਮਨ ਹਮੇਸ਼ਾ ਭਟਕਣਾ ਵਿੱਚ ਪਿਆ ਰਹਿੰਦਾ ਹੈ, ਹਮੇਸ਼ਾ ਨਕਾਰਾਤਮਕ ਜਿਹੜੀਆਂ ਚੀਜ਼ਾਂ ਨੇ ਉਹ ਸੋਚਦਾ ਰਹਿੰਦਾ ਹੈ। ਪਰ ਜੇ ਇਸ ਨੂੰ ਗੁਰੂ ਦਾ ਸ਼ਬਦ ਮਿਲ ਜਾਏ, ਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਏ,
ਤੇ ਫਿਰ ਇਹ ਭਟਕ ਨੂੰ ਰੁਕ ਜਾਂਦਾ ਹੈ, ਫਿਰ ਇਹ ਟਿਕਾਅ ਵਿੱਚ ਆ ਜਾਂਦਾ ਹੈ, ਫਿਰ ਇਹ ਸਹਿਜ ਵਿੱਚ ਆ ਜਾਂਦਾ ਹੈ, ਫਿਰ ਇਹ ਸ਼ਾਂਤੀ ਵਿੱਚ ਟਿਕ ਜਾਂਦਾ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਵਿੱਤਰ ਬਚਨਾਂ ਰਾਹੀਂ ਸਾਨੂੰ ਸਮਝਾਇਆ ਹੈ, ਗੁਰ ਕਾ ਬਚਨ, ਉੱਤੇ ਹੈ ਗੁਰ ਕਾ ਸ਼ਬਦ, ਇੱਥੇ ਹੈ ਗੁਰ ਕਾ ਬਚਨ। ਇਹ ਦੋਵੇਂ ਸਮਾਰਥਿਕ ਸ਼ਬਦ ਨੇ। ਗੁਰ ਕਾ ਸ਼ਬਦ ਵਿੱਚ ਤੇ ਗੁਰ ਕਾ ਬਚਨ ਵਿੱਚ ਕੋਈ ਭਿੰਨ ਭੇਦ ਨਹੀਂ, ਕੋਈ ਫਰਕ ਨਹੀਂ। ਜਿਸ ਦੇ ਬਸੈ ਜੀ ਨਾਲੇ, ਚਾਹੇ ਆਪਾਂ ਇੱਥੇ ਗੁਰ ਕਾ ਸ਼ਬਦ ਆਖ ਲਈਏ, ਚਾਹੇ ਗੁਰ ਕਾ ਬਚਨ ਆਖ ਲਈਏ, ਜਿਸ ਦੇ ਜੀ ਨਾਲ ਵਸ ਪਵੇ, ਜਿਹਦੇ ਅੰਦਰ ਟਿਕ ਜਾਏ, ਜਿਹੜਾ ਹਰ ਵਕਤ ਗੁਰੂ ਦੀ ਸਿੱਖਿਆ ਨੂੰ ਯਾਦ ਰੱਖੇ, ਜਿਹੜਾ ਕਦੀ ਵੀ ਗੁਰੂ ਦੀ ਸਿੱਖਿਆ ਨੂੰ ਭੁਲਾਏ ਨਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹ ਨਾ ਸਾਕੈ ਜਾਲੇ। ਇਹ ਜਿਹੜਾ ਗੁਰੂ ਦਾ ਬਚਨ ਹੈ, ਜਿਹੜਾ ਗੁਰੂ ਦਾ ਸ਼ਬਦ ਹੈ, ਇਹ ਇੱਕ ਇਹੋ ਜਿਹਾ ਧਨ ਹੈ ਸਾਡੇ ਪਾਸ, ਜਿਸ ਧਨ ਨੂੰ ਨਾ ਪਾਣੀ ਡੁਬੋ ਸਕਦਾ ਹੈ, ਨਾ ਚੋਰ ਚੁਰਾ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ। ਇਹ ਗੁਰੂ ਦਾ ਬਚਨ, ਗੁਰੂ ਕਾ ਸ਼ਬਦ, ਇਹ ਇਹੋ ਜਿਹਾ ਧਨ ਹੈ ਜੋ ਸਾਨੂੰ ਸਹੀ ਅਰਥਾਂ ਵਿੱਚ ਤਨ ਮਨ ਲਗਾ ਕੇ ਇਕੱਠਾ ਕਰਨਾ ਚਾਹੀਦਾ ਹੈ। ਭਾਵ ਨਾਮ ਸਿਮਰਨ ਕਰਨਾ ਚਾਹੀਦਾ ਹੈ, ਜਪ ਕਰਨਾ ਚਾਹੀਦਾ ਹੈ। ਜੇ ਸਾਡੇ ਨਾਲ ਗੁਰੂ ਦਾ ਬਚਨ ਹੋਏਗਾ, ਸਾਡੇ ਜੀ ਨਾਲ ਵਸ ਜਾਏਗਾ, ਤੇ ਉਸ ਧਨ ਨੂੰ ਫਿਰ ਕੋਈ ਚੁਰਾ ਨਹੀਂ ਸਕੇਗਾ, ਜਲ ਡੋਬ ਨਹੀਂ ਸਕੇਗਾ, ਅਗਨੀ ਸਾੜ ਨਹੀਂ ਸਕੇਗੀ। ਇਹ ਧਨ ਇਸ ਤਰ੍ਹਾਂ ਹੈ ਜਿਵੇਂ ਨਿਰਧਨ ਕੋ ਧਨ। ਇਹ ਪਰਮੇਸ਼ਵਰ ਦੇ ਨਾਮ ਵਾਲਾ ਜਿਹੜਾ ਧਨ ਇਸ ਤਰ੍ਹਾਂ ਦਾ ਹੈ ਜਿਵੇਂ ਕਿਸੇ ਗਰੀਬ ਕੰਗਾਲ ਨੂੰ ਬਹੁਤ ਵੱਡਾ ਧਨ ਮਿਲ ਗਿਆ ਹੋਵੇ ਤੇ ਉਹ ਵੇਖ ਕੇ ਪ੍ਰਸੰਨ ਤੇ ਖੁਸ਼ ਹੋ ਗਿਆ ਹੋਵੇ। ਇਹ ਧਨ ਇਸ ਤਰ੍ਹਾਂ ਦਾ ਹੈ। ਅੰਧਲੇ ਕੋ ਟਿਕ, ਜਿਵੇਂ ਕਿਸੇ ਅੱਖਾਂ ਤੋਂ ਹੀਣੇ ਪੁਰਸ਼ ਨੂੰ ਖੂੰਡੀ ਦਾ ਸਹਾਰਾ ਮਿਲ ਗਿਆ ਹੋਵੇ। ਮਾਤ ਦੂਧ ਜੈਸੇ ਬਾਲੇ, ਜਿਵੇਂ ਭੁੱਖੇ ਬਾਲਕ ਨੂੰ ਜਦੋਂ ਉੱਚੀ ਉੱਚੀ ਰੋ ਰਿਹਾ ਹੋਵੇ ਤੇ ਮਾਂ ਉਹਨੂੰ ਦੁੱਧ ਦੇ ਦੇਵੇ, ਜਿਵੇਂ ਉਹ ਸ਼ਾਂਤ ਹੋ ਜਾਂਦਾ ਹੈ। ਜਿਵੇਂ ਅੰਨਾ ਮਨੁੱਖ ਖੂੰਡੀ ਦਾ ਸਹਾਰਾ ਪਾ ਕੇ ਅੱਗੇ ਵਧਣਾ ਸ਼ੁਰੂ ਕਰਦਾ ਹੈ, ਜਿਵੇਂ ਕਿਸੇ ਗਰੀਬ ਤੇ ਕੰਗਾਲ ਨੂੰ ਇਹ ਮਾਇਕੀ ਧਨ ਪ੍ਰਾਪਤ ਹੋ ਜਾਏ, ਇਸੇ ਤਰ੍ਹਾਂ ਹੈ ਗੁਰੂ ਦਾ ਬਚਨ, ਗੁਰੂ ਦਾ ਸ਼ਬਦ। ਜਿਸ ਕਿਸੇ ਵਿਅਕਤੀ ਨੂੰ ਮਿਲ ਜਾਏ, ਜਿਸ ਕਿਸੇ ਵਿਅਕਤੀ ਦੇ ਜੀ ਨਾਲ ਟਿਕ ਜਾਏ, ਉਹਦੀ ਬਸ ਹਾਲਤ ਆ ਹੁੰਦੀ ਏ ਜਿਵੇਂ ਕੰਗਾਲ ਨੂੰ ਧਨ ਮਿਲੇ, ਜਿਵੇਂ ਅੰਨੇ ਨੂੰ ਸੋਟੀ ਦਾ ਸਹਾਰਾ ਮਿਲੇ, ਤੇ ਜਿਵੇਂ ਭੁੱਖੇ ਬਾਲਕ ਨੂੰ ਮਾਂ ਦਾ ਦੁੱਧ ਮਿਲ ਜਾਏ। ਇਸ ਤਰ੍ਹਾਂ ਇਹ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮਨ। ਗੁਰੂ ਦਾ ਸ਼ਬਦ ਸਾਡੇ ਮਨ ਦਾ ਇਸ ਤਰ੍ਹਾਂ ਸਹਾਰਾ, ਇਸ ਤਰ੍ਹਾਂ ਟੇਕ ਬਣ ਜਾਂਦਾ ਹੈ। ਫਿਰ ਸਾਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿੰਦੀ, ਪਿਆਸ ਨਹੀਂ ਰਹਿੰਦੀ, ਭਟਕਣਾ ਨਹੀਂ ਰਹਿੰਦੀ, ਤ੍ਰਿਸ਼ਨਾ ਨਹੀਂ ਰਹਿੰਦੀ। ਮਨ ਸ਼ਾਂਤ ਚਿੱਤ ਹੋ ਜਾਂਦਾ ਹੈ ਤੇ ਉਹ ਰੱਬੀ ਰਜ਼ਾ ਵਿੱਚ ਰਾਜੀ ਰਹਿਣਾ ਪ੍ਰਾਰੰਭ ਕਰ ਦਿੰਦਾ ਹੈ। ਸੋ ਅਗਲਾ ਬਚਨ ਹੈ ਜੀ, ਜਿਉਂ ਪਾਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ। ਪਾਖਾਨ ਦਾ ਮਤਲਬ ਹੈ ਪੱਥਰ, ਪਾਸ਼ਾਨ ਤੋਂ ਇਹ ਪਾਖਾਨ ਬਣਿਆ ਹੋਇਆ ਪੱਥਰ। ਜੇ ਤੁਸੀਂ ਆਖੋ ਕਿ ਪੱਥਰ ਨੂੰ ਅਸੀਂ ਪਾਣੀ ਵਿੱਚ ਰੱਖ ਦਈਏ ਤੇ ਉਹਨੂੰ ਆਖੀਏ ਤਰ ਕੇ ਤੂੰ ਪਾਰ ਲੰਘ ਜਾ, ਉਹ ਨਹੀਂ ਲੰਘ ਸਕਦਾ। ਪਰ ਇੱਕ ਢੰਗ ਜੇ ਵਰਤਿਆ ਜਾਏ, ਜੇ ਉਹਨੂੰ ਨਾਮ ਵਿੱਚ ਰੱਖ ਲਿਆ ਜਾਏ, ਬੇੜੀ ਵਿੱਚ ਰੱਖ ਲਿਆ ਜਾਏ, ਤੇ ਉਹ ਪੱਥਰ ਜਿਹੜਾ ਪਾਣੀ ਵਿੱਚ ਡੁੱਬ ਜਾਂਦਾ ਹੈ, ਉਹ ਪੱਥਰ ਨਾਮ ਤੇ ਚੜ੍ਹ ਕੇ ਦਰਿਆ ਨੂੰ ਪਾਰ ਕਰ ਸਕਦਾ ਹੈ। ਸਾਡਾ ਮਨ ਇੱਕ ਤਰ੍ਹਾਂ ਨਾਲ ਪੱਥਰ ਵਰਗਾ ਹੈ, ਅਭਿੱਜ ਹੈ। ਇਹ ਵਾਹਿਗੁਰੂ ਜੀ ਦੇ ਨਾਮ ਵਿੱਚ, ਬਾਣੀ ਦੇ ਵਿਚਾਰ ਵਿੱਚ ਭਿੱਜਦਾ ਨਹੀਂ, ਜਿਸ ਕਾਰਨ ਇਹ ਭਾਰੀ ਹੋ ਗਿਆ ਤੇ ਇਹ ਸੰਸਾਰ ਰੂਪ ਸਾਗਰ ਤੋਂ ਪਾਰ ਕਰਨ ਦੇ ਸਮਰੱਥ ਨਹੀਂ ਰਿਹਾ, ਕਿਉਂਕਿ ਇਹ ਬਹੁਤ ਵਿਕਾਰਾਂ ਨਾਲ, ਪਾਪਾਂ ਨਾਲ, ਵਿਸ਼ੇ ਵਾਸ਼ਨਾਵਾਂ ਨਾਲ ਭਾਰੀ ਹੋ ਚੁੱਕਾ ਹੈ। ਤੇ ਜਿੰਨਾ ਚਿਰ ਉਹ ਭਾਰ ਇਹਦੇ ਤੋਂ ਲੱਥਦਾ ਨਹੀਂ,
ਉਹਨਾਂ ਚਿਰ ਇਹ ਪਾਰ ਨਹੀਂ ਲੰਘ ਸਕਦਾ। ਸੋ ਇਸ ਪੱਥਰ ਜਿਹੇ ਮਨ ਨੂੰ ਹੌਲਿਆਂ ਕਿਵੇਂ ਕੀਤਾ ਜਾ ਸਕਦਾ? ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਗੁਰੂ ਦੇ ਚਰਨਾਂ ਨਾਲ ਲੱਗ ਕੇ। ਇਸ ਪੱਥਰ ਜਿਹੇ ਭਾਰੀ ਹੋਏ ਮਨ ਨੂੰ ਗੁਰੂ ਦੇ ਚਰਨਾਂ ਦਾ ਸਹਾਰਾ ਮਿਲ ਜਾਂਦਾ ਹੈ, ਤੇ ਜਿਵੇਂ ਪੱਥਰ ਬੇੜੀ ਤੇ ਰੱਖ ਕੇ ਉਹਨੂੰ ਪਾਰ ਕੀਤਾ ਜਾ ਸਕਦਾ ਹੈ, ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਲੱਗ ਕੇ ਇਸ ਵਿਕਾਰਾਂ ਨਾਲ ਭਾਰੀ ਹੋਏ ਮਨ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਲਿਆ ਜਾ ਸਕਦਾ ਹੈ। ਸੋ ਅਸੀਂ ਥੋੜ੍ਹਾ ਜਿਹਾ ਸਮਝਣਾ ਜੀ, ਗੁਰਚਰਨ ਕੀ ਹਨ? ਗੁਰਚਰਨ ਲਗਤ ਨਿਸਤਰ ਹੈ। ਇਹ ਗੁਰਚਰਨ ਕੀ ਹਨ? ਇੱਕ ਵਕਤ ਸੀ ਗੁਰੂ ਜੀ ਸਰੀਰ ਕਰਕੇ ਸਾਡੇ ਕੋਲ ਸਨ, ਤੇ ਉਹਨਾਂ ਦੇ ਚਰਨ ਵੀ ਸਾਡੇ ਵਾਂਗੂ ਸਨ। ਪਰ ਹੁਣ ਸਾਡੇ ਕੋਲ ਹੈ ਗੁਰਬਾਣੀ ਗੁਰੂ, ਤੇ ਗੁਰਬਾਣੀ ਗੁਰੂ ਦੇ ਚਰਨ ਸਾਡੇ ਵਰਗੇ ਚਰਨ ਨਹੀਂ ਹਨ। ਤੇ ਚਰਨਾਂ ਦਾ ਜੀ ਇੱਕੋ ਮਤਲਬ ਪੈਰ ਹੀ ਨਹੀਂ ਹੁੰਦਾ, ਚਰਨਾਂ ਦੇ ਕਈ ਸਾਰੇ ਮਤਲਬ ਹੁੰਦੇ ਨੇ। ਸੋ ਇਹ ਇੱਥੇ ਜਿਹੜਾ ਚਰਨ ਸ਼ਬਦ ਹੈ ਉਹਦਾ ਮਤਲਬ ਹੁੰਦਾ ਹੈ ਗੁਰੂ ਦੀ ਸਿੱਖਿਆ, ਗੁਰੂ ਦਾ ਬਖਸ਼ਿਆ ਹੋਇਆ ਸ਼ਬਦ। ਜਿਵੇਂ ਉਤਲੀਆਂ ਪੰਕਤੀਆਂ 'ਚ ਆਪਾਂ ਵੇਖਿਆ ਨਾ, ਗੁਰ ਕਾ ਸ਼ਬਦ ਮਨ ਹੈ ਅਸਥਮਨ, ਇਹ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ। ਸੋ ਆਪਾਂ ਸਾਰੇ ਹੁਣ ਇਸ ਵਕਤ ਗੁਰਚਰਨ ਲਗਤ, ਗੁਰੂ ਦੇ ਚਰਨਾਂ ਨਾਲ ਲੱਗਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂ ਮੈਂ ਇਹ ਕਹਿ ਸਕਦਾ, ਤੁਸੀਂ ਤੇ ਹੋ ਸਕਦਾ ਜੁੜੇ ਹੋਵੋ ਗੁਰੂ ਦੇ ਚਰਨਾਂ ਨਾਲ, ਪਰ ਮੈਂ ਜੁੜਿਆ ਨਹੀਂ, ਮੈਂ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੇ ਗੁਰੂ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜ ਲਵੇ, ਤੇ ਸਾਡਾ ਇਹ ਵਿਕਾਰਾਂ ਨਾਲ ਭਾਰੀ ਹੋਇਆ ਪੱਥਰ ਜਿਹਾ ਮਨ ਇਹ ਗੁਰੂ ਦੇ ਚਰਨਾਂ ਨਾਲ ਲੱਗ ਕੇ, ਯਾਨੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਏ। ਆਪਾਂ ਇੱਕ ਦੋਹਰਾ ਪੜ੍ਹਦੇ ਹੁੰਦੇ ਹਾਂ ਅਰਦਾਸ ਤੋਂ ਬਾਅਦ, ਭਾਵੇਂ ਉਹ ਆਮ ਪ੍ਰਚਲਿਤ ਨਹੀਂ, ਪਰ ਕਈ ਥਾਈਂ ਕਈ ਲੋਕ ਪੜ੍ਹਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਵਾਹਿਗੁਰੂ ਨਾਮ ਜਹਾਜ਼ ਹੈ, ਬਸ ਇਹੋ ਹੀ ਹੈ ਗੁਰੂ ਦੇ ਚਰਨਾਂ ਨਾਲ ਲੱਗਣਾ, ਨਾਮ ਨਾਲ ਜੁੜਨਾ। ਸੋ ਨਾਮ ਨਾਲ ਜੁੜਿਆ ਕਿਵੇਂ ਜਾਣਾ ਹੈ? ਪਹਿਲਾਂ ਆਪਾਂ ਜਪ ਕਰਨਾ ਹੈ, ਬੋਲ ਬੋਲ ਕੇ ਉੱਚੀ ਉੱਚੀ, ਫਿਰ ਹੌਲੀ ਹੌਲੀ, ਫਿਰ ਮਨ ਵਿੱਚ, ਫਿਰ ਸੁਰਤ ਵਿੱਚ। ਇਸ ਤਰ੍ਹਾਂ ਇਹਦੇ ਨਾਲ ਸ਼ਬਦ ਨਾਲ ਜੁੜਿਆ ਜਾਂਦਾ ਹੈ। ਤੇ ਜਿਹੜੇ ਲੋਕ ਸੁਰਤੀ ਕਰਕੇ ਸ਼ਬਦ ਨਾਲ ਜੁੜ ਜਾਂਦੇ ਨੇ, ਉਹ ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਸ਼ਬਦ ਨਾਲ ਲੱਗ ਕੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਨੇ। ਅਗਲੀ ਉਦਾਹਰਨ ਲਈ ਗੁਰੂ ਜੀ ਨੇ ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰੂ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ 'ਚ ਲਿਖਿਆ ਹੋਇਆ, ਜਿਉਂ ਅੰਧੇਰਾ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨ ਤਜਾਏ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਜਿਵੇਂ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਪਕ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਉਹ ਕਾਫੀ ਹੈ। ਯਾਨੀ ਦੀਪਕ ਦੇ ਪ੍ਰਕਾਸ਼ ਨਾਲ, ਦੀਵੇ ਦੀ ਜੋਤ ਨਾਲ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ। ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਵੇਂ ਹਨੇਰਾ ਹੋਵੇ ਤੇ ਉਹ ਇੱਕ ਵੱਖਰੀ ਸਥਿਤੀ ਹੈ, ਤੇ ਜੇ ਚਾਨਣ ਹੋ ਜਾਏ ਉਹ ਇੱਕ ਵੱਖਰੀ ਸਥਿਤੀ ਬਣ ਜਾਂਦੀ ਹੈ। ਇੱਥੇ ਤੇ ਬੜਾ ਘੱਟ ਹੁੰਦਾ ਹੈ ਕਿ ਬਿਜਲੀ ਚਲੀ ਜਾਂਦੀ ਹੈ ਤੇ ਫਿਰ ਆਉਂਦੀ ਹੈ, ਪਰ ਇੰਡੀਆ ਵਿੱਚ ਤੇ ਘੰਟਾ ਵੀ ਨਹੀਂ ਲੰਘਦਾ ਹੁੰਦਾ, ਕਈ ਵਾਰੀ ਘੰਟੇ ਹੀ ਦੋ ਵਾਰੀ ਭੱਜ ਜਾਂਦੀ ਸੀ ਬਿਜਲੀ। ਜੇ ਤੁਸੀਂ ਰਾਤ ਨੂੰ ਰੋਟੀ ਖਾਣ ਬੈਠੇ ਹੋਵੋ ਤੇ ਖਾਣਾ ਖਾਂਦਿਆਂ ਬਿਜਲੀ ਚਲੀ ਹੈ, ਤੇ ਉਹ ਸਥਿਤੀ ਕਿਹੋ ਜਿਹੀ ਬਣਦੀ ਸੀ? ਕੁਛ ਵੀ ਨਹੀਂ ਦਿਸਦਾ ਅੱਗੇ, ਨਾ ਥਾਲੀ, ਨਾ ਭਾਂਡੇ, ਨਾ ਆਪਣਾ ਮੂੰਹ, ਨਾ ਸਿਰ, ਕੁਝ ਵੀ ਨਹੀਂ। ਤੇ ਉਹ 1 ਮਿੰਟ ਬਾਅਦ ਫਿਰ ਆ ਜਾਏ ਤੇ ਸਾਰਾ ਪਰਿਵਾਰ, ਜਿੰਨੇ ਵੀ ਲੋਕ ਆਪਾਂ ਬੈਠੇ ਰੋਟੀ ਖਾਣੇ, ਕਿਵੇਂ ਖੁਸ਼ ਹੁੰਦੇ ਆ, ਉਹ ਆ ਗਈ, ਰੌਲਾ ਮਚ ਜਾਂਦਾ ਹੁੰਦਾ ਸੀ। ਇੱਕ ਸਥਿਤੀ ਹੈ ਮਨ ਦੀ ਕਿ ਮਨ ਕਿੰਨਾ ਖੁਸ਼ ਹੋ ਜਾਂਦਾ ਹੈ ਜਦੋਂ ਹਨੇਰੇ ਤੋਂ ਪ੍ਰਕਾਸ਼ ਦੀ ਅਵਸਥਾ ਵਿੱਚ ਜਾਂਦਾ ਹੈ। ਇਹ ਬਾਹਰੀ ਉਦਾਹਰਨ ਗੁਰੂ ਜੀ ਨੇ ਲਈ ਹੈ। ਜਦੋਂ ਸਾਡਾ ਮਨ ਅਗਿਆਨਤਾ ਦੇ ਹਨੇਰੇ ਚੋਂ ਨਿਕਲ ਕੇ ਗਿਆਨ ਦੇ ਪ੍ਰਕਾਸ਼ ਵਿੱਚ ਜਾਏਗਾ, ਬਸ ਉਹ ਹਾਲਤ ਬਣਨੀ ਜਿਵੇਂ ਅਸੀਂ ਰੌਲਾ ਪਾ ਦਿੰਦੇ ਸਾਂ, ਆ ਗਈ ਬਿਜਲੀ ਆ ਗਈ, ਹੈ ਨਾ।
ਬਸ ਉਹ ਹਾਲਤ ਬਣਨੀ ਜਿੱਦਣ ਸਾਡਾ ਮਨੁੱਖੀ ਮਨ ਅਗਿਆਨਤਾ ਦੇ ਹਨੇਰੇ ਨੂੰ ਛੱਡ ਕੇ ਗੁਰੂ ਦੇ ਗਿਆਨ ਰੂਪ ਪ੍ਰਕਾਸ਼ ਵਿੱਚ ਚਲਾ ਗਿਆ। ਉਹ ਹਾਲਤ ਬਣੇਗੀ, ਬੜੇ ਖੁਸ਼ ਹੋਵਾਂਗੇ ਆਪਾਂ। ਉਹ ਖੁਸ਼ੀ ਸੰਭਾਲੀ ਨਹੀਂ ਜਾਣੀ। ਮੈਂ ਕਈ ਲੋਕਾਂ ਨੂੰ ਵੇਖਿਆ ਜਿਨ੍ਹਾਂ ਤੋਂ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ, ਫਿਰ ਉਹ ਆਪਣਾ ਨਾ ਕਈ ਵਾਰੀ ਉਸ ਦਿਮਾਗੀ ਸੰਤੁਲਨ ਖੋ ਬੈਠਦੇ ਨੇ, ਇੰਨੀ ਖੁਸ਼ੀ ਹੁੰਦੀ ਹੈ। ਦਿਮਾਗੀ ਸੰਤੁਲਨ ਜਿਹੜਾ ਹੈ ਨਾ, ਉਹ ਖੁਸ਼ੀ ਵਿੱਚ ਤੇ ਗਮੀ 'ਚ ਦੋਵਾਂ ਤਰ੍ਹਾਂ ਨਾਲ ਖੋ ਬੈਠਦੇ ਨੇ ਲੋਕ। ਗਮੀ ਵਿੱਚ ਵੀ ਗਵਾਚ ਜਾਂਦਾ ਹੈ ਤੇ ਬਹੁਤੀ ਖੁਸ਼ੀ ਵਿੱਚ ਵੀ ਗਵਾਚ ਜਾਂਦਾ ਹੈ। ਸੋ ਇਸ ਲਈ ਸਾਨੂੰ ਗੁਰੂ ਦੇ ਗਿਆਨ ਦੀ ਜ਼ਰੂਰਤ ਹੈ। ਗੁਰਦਰਸ਼ਨ ਦੇਖ, ਜਦੋਂ ਕਿਸੇ ਨੂੰ ਭਾਗਾਂ ਵਾਲੇ ਮਨੁੱਖ ਨੂੰ ਸਿਮਰਨ ਕਰਦਿਆਂ ਪ੍ਰਭੂ ਦੀ ਭਗਤੀ ਕਰਦਿਆਂ ਗੁਰੂ ਪਰਮੇਸ਼ਵਰ ਦਾ ਦਰਸ਼ਨ ਹੋ ਜਾਂਦਾ ਹੈ। ਉਸ ਦਰਸ਼ਨ ਨੂੰ ਵੇਖ ਕੇ ਮਨ ਵਿੱਚ ਖਿੜਾਓ ਆ ਜਾਂਦਾ ਹੈ। ਵਿਗਾਸ ਦਾ ਮਤਲਬ ਹੈ ਖਿੜਾਓ, ਖੇੜਾ। ਮਨ ਵਿੱਚ ਫਿਰ ਖੇੜਾ ਆਉਂਦਾ, ਇੱਕ ਖੁਸ਼ੀ ਆਉਂਦੀ ਏ ਗੁਰੂ ਦੇ ਦਰਸ਼ਨ ਨੂੰ ਵੇਖ ਕੇ। ਉਹ ਖੁਸ਼ੀ ਇਸ ਤਰ੍ਹਾਂ ਦੀ ਹੁੰਦੀ ਏ ਜਿਵੇਂ ਹਨੇਰੇ ਵਿੱਚ ਦੀਵਾ ਬਲ ਗਿਆ ਹੋਵੇ। ਸੋ ਅਸੀਂ ਬਹੁਤ ਵਾਰੀ ਆਖਦੇ ਹਾਂ, ਗੁਰਦੁਆਰੇ ਜਾ ਕੇ ਜਾਂ ਮੰਦਰ ਜਾ ਕੇ ਜਾਂ ਜਿੱਥੇ ਵੀ ਕਿਸੇ ਦਾ ਕੋਈ ਗੁਰੂ ਏ, ਉਸ ਨੂੰ ਵੇਖ ਕੇ ਉਹ ਕਹਿੰਦਾ ਮੈਨੂੰ ਖੁਸ਼ੀ ਹੋਈ ਗੁਰੂ ਦਾ ਦਰਸ਼ਨ ਕਰਕੇ। ਪਰ ਉਹ ਖੁਸ਼ੀ ਕਿੰਨਾ ਕੁ ਚਿਰ ਰਹਿੰਦੀ ਹੈ? ਕਦੀ ਵੇਖਿਆ ਆਪਾਂ? ਕਦੀ ਅੰਦਾਜ਼ਾ ਲਗਾਇਆ? ਆਪਾਂ ਗੁਰਦੁਆਰੇ ਜਾ ਕੇ ਆਉਂਦੇ ਹਾਂ, ਗੁਰੂ ਦਾ ਦਰਸ਼ਨ ਹੋ ਗਿਆ ਤੇ ਮਨ ਖੁਸ਼ ਹੋ ਗਿਆ ਜਾਂ ਮੇਰਾ ਦਿਨ ਸਫਲ ਹੋ ਗਿਆ, ਤੇ ਗੁਰਦੁਆਰਿਓਂ ਬਾਹਰ ਨਿਕਲਦਿਆਂ ਕੀ ਹੁੰਦਾ? ਕੀ ਉਹ ਖੁਸ਼ੀ ਰਹਿੰਦੀ ਹੈ ਮਨ ਵਿੱਚ? ਬਿਲਕੁਲ ਨਹੀਂ। ਕਿਸੇ ਭਾਗਾਂ ਵਾਲੇ ਮਨੁੱਖ ਦੇ ਮਨ 'ਚ ਰਹਿੰਦੀ ਹੋਣੀ ਹੈ। ਪਰ ਅਸਲ ਵਿੱਚ ਸੱਚਾਈ ਇਹ ਹੈ ਕਿ ਗੁਰੂ ਦਾ ਦਰਸ਼ਨ ਹੀ ਨਹੀਂ ਹੈ। ਸੱਚਾਈ ਤਾਂ ਇਹ ਉਂਝ ਬਚਨ ਇਹ ਕੌੜਾ ਜਿਹਾ ਹੀ ਹੈ, ਪਰ ਸੱਚਾਈ ਇਹੋ ਹੀ ਹੈ ਕਿ ਜਿਸ ਦਿਨ ਗੁਰੂ ਦਾ ਦਰਸ਼ਨ ਹੋ ਗਿਆ, ਉਸ ਦਿਨ ਮਨ ਹੋਏ ਵਿਗਾਸ, ਮਨ ਵਿੱਚ ਉਹ ਖਿੜਾਓ ਆਉਣਾ ਜਿਹੜਾ ਕਦੀ ਫਿਰ ਜਾਏਗਾ ਨਹੀਂ, ਜਿਹੜਾ ਸਦਾ ਲਈ ਰਹੇਗਾ। ਫਿਰ ਜਿੰਨੇ ਮਰਜ਼ੀ ਕੋਈ ਤਸੀਹੇ ਕਿਉਂ ਨਾ ਦੇ ਲਵੇ, ਉਹ ਵਿਗਾਸ ਫਿਰ ਜਾਂਦਾ ਨਹੀਂ, ਉਹ ਵਿਗਾਸ ਫਿਰ ਬਣਿਆ ਰਹਿੰਦਾ ਹੈ। ਸੋ ਇਹਦਾ ਮਤਲਬ ਹੈ ਕਿ ਭਾਵੇਂ ਇਹ ਸੀੜੀਆਂ ਹਨ ਜੀ, ਇਹ ਜਿਹੜਾ ਗੁਰਦੁਆਰਾ, ਮੰਦਰ, ਮਸੀਤ, ਇਹ ਸਭ ਜੋ ਕੁਛ ਵੀ ਅਸੀਂ ਕਰਦੇ ਹਾਂ ਨਾ, ਇਹ ਪੌੜੀਆਂ ਹਨ, ਇਹ ਉਹਨਾਂ ਦੇ ਪੜਾਅ ਹਨ। ਇੱਥੋਂ ਹੀ ਲੰਘਣਾ ਪੈਣਾ ਹੈ, ਇਸੇ ਤਰ੍ਹਾਂ ਹੀ ਜਾਣਾ ਹੈ। ਲੇਕਿਨ ਇੱਕ ਉਹ ਅਵਸਥਾ ਬਣਨੀ ਜਿੱਥੇ ਜਾ ਕੇ ਗੁਰੂ ਦਾ ਦੀਦਾਰ ਹੋਣਾ ਹੈ। ਅਸੀਂ ਇਹਨਾਂ ਪੌੜੀਆਂ ਨੂੰ ਹੀ ਛੱਤ ਮੰਨ ਲੈਂਦੇ ਹਾਂ, ਜੋ ਕਿ ਗਲਤ ਹੈ। ਸੋ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਗੁਰੂ ਦਾ ਦਰਸ਼ਨ ਹੋਏਗਾ, ਉਦੋਂ ਮਨ ਵਿੱਚ ਇੱਕ ਐਸੀ ਖੁਸ਼ੀ, ਇੱਕ ਐਸਾ ਵਿਗਾਸ ਪੈਦਾ ਹੋਏਗਾ ਜਿਹੜਾ ਫਿਰ ਕਦੇ ਜਾਏਗਾ ਨਹੀਂ। ਸੋ ਅਗਲਾ ਬਚਨ ਹੈ ਗੁਰੂ ਮਹਾਰਾਜ ਦਾ, ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਇਹ ਜੋਤ ਪ੍ਰਗਟਣੀ ਹੈ ਨਾ ਜਦੋਂ ਜੀ, ਉਸ ਨੂੰ ਆਖਿਆ ਗੁਰੂ ਦਾ ਦਰਸ਼ਨ। ਉਸ ਤੋਂ ਪਹਿਲਾਂ ਗੁਰੂ ਦੇ ਦਰਸ਼ਨ ਦੇ ਅਸੀਂ ਰਸਤੇ 'ਤੇ ਚੱਲ ਰਹੇ ਹੁੰਦੇ ਹਾਂ, ਤੇ ਲੇਕਿਨ ਅਸੀਂ ਗੁਰਦੁਆਰੇ ਪਹੁੰਚਣ ਨੂੰ ਗੁਰੂ ਦਾ ਦਰਸ਼ਨ ਮੰਨ ਲਿਆ, ਮੰਦਰ ਵਿੱਚ ਪਹੁੰਚ ਕੇ ਗੁਰੂ ਦਾ ਦਰਸ਼ਨ ਮੰਨ ਲਿਆ। ਇਹ ਇੱਕ ਰਸਤਾ ਹੈ ਜਿਸ ਰਸਤੇ 'ਤੇ ਚੱਲ ਕੇ ਅਸੀਂ ਗੁਰੂ ਦਾ ਦਰਸ਼ਨ ਕਰਨਾ ਹੈ। ਹੁਣ ਆਖਦੇ ਨੇ ਜਿਵੇਂ ਮਹਾਂ ਉਦਿਆਨ, ਘਣੇ ਜੰਗਲ ਵਿੱਚ, ਮਹਿ ਮਾਰਗ ਪਾਵੇ। ਕੋਈ ਬੰਦਾ, ਅਸੀਂ ਭਟਕ ਗਏ ਹੋਈਏ ਉਸ ਜੰਗਲ ਵਿੱਚ, ਕੋਈ ਬੰਦਾ ਸਾਨੂੰ ਮਿਲੇ ਤੇ ਸਾਨੂੰ ਰਸਤਾ ਵਿਖਾ ਦੇਵੇ ਜੰਗਲ ਤੋਂ ਬਾਹਰ ਨਿਕਲਣ ਦਾ। ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੇ, ਉਹ ਬੰਦੇ ਨੂੰ ਰਸਤਾ ਮਿਲ ਜਾਏ। ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਸਾਧੂਆਂ ਦੀ, ਗੁਰੂਆਂ ਦੀ ਸੰਗਤ ਵਿੱਚ ਮਿਲ ਕੇ ਜੋਤ ਪ੍ਰਗਟ ਹੁੰਦੀ ਹੈ। ਜੋਤ ਮੈਨੇ ਪਰਮੇਸ਼ਵਰ, ਜੋਤ ਮੈਨੇ ਗੁਰੂ, ਜੋਤ ਮੈਨੇ ਆਤਮ ਦੀਦਾਰ। ਸੋ ਜਿਵੇਂ ਕੋਈ ਮਨੁੱਖ ਜੰਗਲ ਵਿੱਚ, ਬੀਆਬਾਨ ਵਿੱਚ ਭਟਕ ਗਿਆ ਹੋਵੇ, ਕੋਈ ਆਦਮੀ ਉਸ ਨੂੰ ਰਸਤਾ ਵਿਖਾ ਦੇਵੇ ਤੇ ਉਹ ਰਾਹ ਪੈ ਕੇ ਆਪਣੀ ਮੰਜ਼ਿਲ 'ਤੇ ਪਹੁੰਚ ਜਾਏ, ਇਸੇ ਤਰ੍ਹਾਂ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਜੋਤ ਪ੍ਰਗਟ ਹੋ ਜਾਂਦੀ ਹੈ।
ਸੋ ਅੱਗੇ ਗੁਰੂ ਮਹਾਰਾਜ ਨੇ ਜਿਹੜਾ ਬਚਨ ਲਿਖਿਆ ਨਾ ਜੀ, ਉਹਨੂੰ ਸਮਝਣਾ ਹੈ। ਤਿੰਨ ਸੰਤਨ ਕੀ ਬਾਂਛੋਂ ਧੂੜ, ਮੈਂ ਇਹੋ ਜਿਹੇ ਸੰਤਾਂ ਦੀ ਚਰਨ ਧੂੜ ਲੋਚਦਾ ਹਾਂ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਅੰਦਰ ਜੋਤ ਪ੍ਰਗਟ ਹੋ ਜਾਂਦੀ ਏ। ਇਹ ਜਿਹੜਾ ਜੰਗਲ ਬੀਆਬਾਨ ਹੈ ਨਾ ਸੰਸਾਰ ਜੀ, ਇਹ ਇੱਕ ਜੰਗਲ ਹੈ, ਤੇ ਇਸ ਜੰਗਲ ਦੇ ਵਿੱਚ ਅਸੀਂ ਭਟਕੇ ਹੋਏ ਜੀਵ ਹਾਂ, ਸਾਨੂੰ ਰਸਤਾ ਨਹੀਂ ਲੱਭ ਰਿਹਾ, ਤੇ ਸਾਨੂੰ ਉਹਨਾਂ ਸਾਧੂਆਂ ਦੀ ਲੋੜ ਏ, ਉਸ ਕਿਸੇ ਜਾਣਕਾਰ ਵਿਅਕਤੀ ਦੀ ਲੋੜ ਏ ਜਿਹੜਾ ਸਾਨੂੰ ਇਸ ਸੰਸਾਰ ਰੂਪੀ ਬਨ ਵਿੱਚ ਭਟਕਦਿਆਂ ਹੋਇਆਂ ਨੂੰ ਪਰਮੇਸ਼ਵਰ ਦੇ ਘਰ ਨੂੰ ਜਾਣ ਵਾਲਾ ਸਿੱਧਾ ਤੇ ਸਾਦਾ ਰਾਹ ਸਾਨੂੰ ਵਿਖਾ ਦੇਵੇ। ਸਾਨੂੰ ਉਹੋ ਜਿਹੇ ਸਾਧੂਆਂ ਸੰਤਾਂ ਦੇ ਸੰਗਤ ਕਰਨ ਦੀ ਲੋੜ ਹੈ। ਤਿੰਨ ਸੰਤਨ ਕੀ ਬਾਂਛੋਂ ਧੂਰ, ਬਾਂਛੋਂ ਮੈਂ ਚਾਹੁੰਦਾ ਹਾਂ, ਇਹੋ ਜਿਹੇ ਸੰਤਾਂ ਦੇ ਚਰਨਾਂ ਦੀ ਧੂੜ ਮੈਂ ਲੋਚਦਾ ਹਾਂ, ਮੈਂ ਚਾਹੁੰਦਾ ਹਾਂ। ਨਾਨਕ ਕੀ ਹਰ ਲੋਚਾ ਪੂਰ, ਲੋਚਾ ਮੈਨੇ ਚਾਹਨਾ, ਜਿਹੜੀ ਮੇਰੀ ਇਹ ਚਾਹਨਾ ਹੈ ਨਾ, ਹੇ ਵਾਹਿਗੁਰੂ ਤੂੰ ਇਹ ਮੇਰੀ ਪੂਰੀ ਕਰ। ਮੈਨੂੰ ਇਹੋ ਜਿਹੇ ਸੰਤਾਂ ਦੀ ਸੰਗਤ ਦੇ, ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕੇ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ, ਮੇਰੇ ਅੰਦਰ ਵਾਹਿਗੁਰੂ ਜੀ ਦੀ ਗਿਆਨ ਰੂਪ ਜੋਤ ਪ੍ਰਗਟ ਹੋ ਜਾਏ। ਸੋ ਇਹ ਜੋਤ ਤਾਂ ਹੀ ਪ੍ਰਗਟ ਹੋਣੀ ਹੈ ਜੀ ਜੇ ਆਪਾਂ ਸਾਧੂਆਂ ਦੀ ਸੰਗਤ ਕਰਾਂਗੇ। ਵੈਸੇ ਆਪਾਂ ਹੁਣ ਇਸ ਵਕਤ, ਮੈਂ ਕਈ ਵਾਰੀ ਆਖਦਾ ਹੁੰਦਾ, ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਕਰ ਰਹੇ ਹਾਂ, ਤੇ ਜੇ ਇਹ ਬਚਨ ਸਾਡੇ ਹਿਰਦੇ ਵਿੱਚ ਵਸ ਗਏ, ਘਰ ਕਰ ਗਏ, ਤੇ ਫਿਰ ਸਾਡੇ ਮਨ ਨੂੰ ਇਹਨਾਂ ਸਾਧੂਆਂ ਦੀ, ਯਾਨੀ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਇਸ ਤਰ੍ਹਾਂ ਹੋਏਗੀ ਜਿਵੇਂ ਡਿੱਗਦੇ ਹੋਏ ਮੰਦਰ ਨੂੰ ਥੰਮੀ ਦਾ ਸਹਾਰਾ ਦੇ ਕੇ ਰੋਕਿਆ ਜਾਂਦਾ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਜਿਹੜੇ ਨੇ ਸਾਡੇ ਡੋਲਦੇ ਹੋਏ ਮਨ ਨੂੰ ਸਹਾਰਾ ਦੇਣਗੇ। ਜਿਵੇਂ ਪੱਥਰ ਨਾਮ ਵਿੱਚ ਰੱਖ ਕੇ ਨਦੀ ਤੋਂ ਪਾਰ ਕਰ ਲਿਆ ਜਾ ਸਕਦਾ ਹੈ, ਇਸੇ ਤਰ੍ਹਾਂ ਅਸੀਂ ਇਸ ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੇ ਚਰਨੀ ਲੱਗ ਕੇ ਸੰਸਾਰ ਸਾਗਰ ਤੋਂ ਤਰ ਸਕਦੇ ਹਾਂ। ਜਿਸ ਤਰ੍ਹਾਂ ਹਨੇਰੇ ਵਿੱਚ ਦੀਵਾ ਪ੍ਰਕਾਸ਼ ਫੈਲਾ ਦਿੰਦਾ ਹੈ, ਇਸੇ ਤਰ੍ਹਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਜੇ ਸਾਡੇ ਅੰਦਰ ਵਸ ਜਾਣ, ਸਾਡੇ ਅੰਦਰੋਂ ਅਸੀਂ ਗੁਰੂ ਦਾ ਦਰਸ਼ਨ ਕਰ ਲਈਏ, ਤੇ ਸਾਡੇ ਅੰਦਰ ਇੱਕ ਖਿੜਾਓ ਆ ਸਕਦਾ ਹੈ। ਅਸੀਂ ਇਸ ਜੰਗਲ ਰੂਪ, ਘਣੇ ਜੰਗਲ ਰੂਪ ਸੰਸਾਰ ਵਿੱਚ ਭਟਕਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਕਰਕੇ ਇਸ ਜੰਗਲ ਚੋਂ ਬਾਹਰ ਨਿਕਲ ਸਕਦੇ ਹਾਂ ਤੇ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਸੋ ਆਪਾਂ ਯਤਨ ਕਰੀਏ ਜੀ, ਇਹ ਜਿਹੜੇ ਬੰਦ ਨੰਬਰ 3 ਵਿੱਚ ਗੁਰੂ ਜੀ ਨੇ ਸਾਨੂੰ ਬਚਨ ਸਮਝਾਏ ਨੇ, ਇਹਨਾਂ ਨੂੰ ਹਿਰਦੇ ਵਿੱਚ ਜਗ੍ਹਾ ਦਈਏ। ਬੰਦ ਨੰਬਰ 4 ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਆਖਦੇ ਨੇ, ਮਨ ਮੂਰਖ ਕਾਹੇ ਬਿਲ ਲਾਈਐ। ਹੁਣ ਜੇ ਸਾਡੇ ਬੰਦ ਨੰਬਰ 3 ਚੇਤੇ ਵਿੱਚ ਵਸ ਜਾਏ, ਤੇ ਫਿਰ ਬਿਲ ਲਾਈਐ ਦਾ ਮਤਲਬ ਹੈ ਵਿਲਕਣਾ, ਉਹ ਖਤਮ ਹੋ ਜਾਏਗਾ। ਕਿਉਂਕਿ ਅਸੀਂ ਜੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹ ਨਾ ਸਾਕੈ ਜਾਲੇ, ਫਿਰ ਰੋਣਾ ਕਿਸ ਗੱਲ ਦਾ ਰਹਿ ਜਾਏਗਾ। ਹੇ ਮੇਰੇ ਮੂਰਖ ਮਨਾ, ਕਿਉਂ ਵਿਲਕਦਾ ਹੈ, ਕਿਉਂ ਬਿਲ ਲਾਉਂਦਾ ਹੈ, ਪੁਰਬ ਲਿਖੇ ਕਾ ਲਿਖਿਆ ਪਾਈਐ। ਤੂੰ ਆਪਣੇ ਕੀਤੇ ਹੋਏ ਕਰਮਾਂ ਦੁਆਰਾ ਜੋ ਪੂਰਬ ਆਪਣੇ ਭਾਗਾਂ ਵਿੱਚ ਲਿਖਵਾਇਆ ਹੋਇਆ, ਤੂੰ ਉਹੋ ਹੀ ਤੇ ਪਾ ਰਿਹਾ ਹੈ, ਹੁਣ ਰੋਂਦਾ ਕਿਉਂ ਹੈ। ਜਿਸ ਤੋਂ ਭਾਵ ਇਹ ਕਿ ਗੁਰੂ ਮਹਾਰਾਜ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਪਿੱਛੇ ਜੋ ਹੋਇਆ ਉਸ ਨੂੰ ਭੁੱਲ ਜਾਓ, ਹੁਣ ਕੁਛ ਚੰਗਾ ਲਿਖਵਾ ਲਵੋ। ਹੁਣ ਇੱਕ ਵਕਤ ਸਾਨੂੰ ਗੁਰੂ ਮਹਾਰਾਜ ਨੇ, ਪਰਮੇਸ਼ਵਰ ਨੇ ਦਿੱਤਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਕੁਛ ਚੰਗਾ ਕਰਕੇ ਆਪਣਾ ਕੋਈ ਚੰਗਾ ਭਾਗ ਬਣਾ ਲਈਏ। ਸਾਨੂੰ ਬਾਣੀ ਬਾਰ-ਬਾਰ ਫਰਮਾਉਂਦੀ ਏ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜੇਹਾ ਬੀਓ ਤੇਹਾ ਫਲ ਪਾਇਆ, ਭਾਈ ਗੁਰਦਾਸ ਆਖਦੇ ਨੇ।
ਜਿਸ ਤਰ੍ਹਾਂ ਦਾ ਅਸੀਂ ਬੀਜ ਬੀਜਦੇ ਹਾਂ ਉਸੇ ਤਰ੍ਹਾਂ ਦਾ ਅਸੀਂ ਫਲ ਪ੍ਰਾਪਤ ਕਰਦੇ ਹਾਂ। ਫਰੀਦਾ ਲੋੜ ਹੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਉਹ ਕਹਿੰਦੇ ਨੇ ਕਿਹੋ ਜਿਹਾ ਨਿਆਂ ਅਸੀਂ ਕਰਦੇ ਹਾਂ ਕਿ ਬੀਜਿਆ ਕੁਝ ਹੋਰ ਏ ਚਾਹੁੰਦੇ ਕੁਝ ਹੋਰ ਹਾਂ। ਚਾਹੁੰਦੇ ਅਸੀਂ ਅੰਗੂਰ ਮਿਲਣ ਸਾਨੂੰ ਤੇ ਬੀਜੇ ਨੇ ਅਸੀਂ ਕੰਡਿਆਂ ਦੇ ਕਿੱਕਰਾਂ ਦੇ ਬੀ। ਇਹ ਨਹੀਂ ਹੋਣ ਵਾਲਾ। ਸੋ ਜਦੋਂ ਵੀ ਆਪਾਂ ਪੁਰਬ ਲਿਖੇ ਦੀ ਗੱਲ ਕਰਦੇ ਹਾਂ ਤੇ ਕਈ ਵਾਰੀ ਨਾ ਸਾਡਾ ਧਿਆਨ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਵੀ ਜੋ ਰੱਬ ਨੇ ਸਾਡੇ ਭਾਗਾਂ 'ਚ ਲਿਖਿਆ ਉਹ ਹੀ ਸਾਨੂੰ ਮਿਲਦਾ ਹੈ ਪਿਆ। ਅਸੀਂ ਕਸੂਰ ਰੱਬ ਦਾ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਵਿੱਚ ਰੱਬ ਦਾ ਨਹੀਂ ਕਸੂਰ, ਇਹ ਅਸੀਂ ਆਪ ਹੀ ਕੀਤਾ ਜੋ ਅਸੀਂ ਪਾ ਰਹੇ ਹਾਂ। ਉਹ ਕਈ ਵਾਰੀ ਆਪਾਂ ਵੇਖਦੇ ਹਾਂ ਨਾ ਕਿ ਵੱਡੀਆਂ ਬਿਲਡਿੰਗਸ ਦੇ ਵਿੱਚ ਕੈਮਰੇ ਲੱਗੇ ਹੁੰਦੇ ਨੇ ਤੇ 24 ਘੰਟੇ ਚੱਲਦੇ ਨੇ, 7 ਦਿਨ ਚੱਲਦੇ ਨੇ, ਤੇ ਉਹਦੇ ਅੰਦਰ ਕੋਈ ਵੀ ਵਿਅਕਤੀ ਜੋ ਕੁਝ ਕਰ ਰਿਹਾ ਹੈ ਉਹਦੀ ਉਹੋ ਹੀ ਮੂਵੀ ਬਣ ਰਹੀ ਹੈ। ਉਹ ਭਲਾ ਕਰ ਰਿਹਾ, ਉਹ ਬੁਰਾ ਕਰ ਰਿਹਾ ਹੈ। ਕੈਮਰਾ ਕਿਸੇ ਦੇ ਨਾਲ ਬੇਇਨਸਾਫੀ ਨਹੀਂ ਕਰਦਾ। ਜੋ ਕੁਝ ਅਸੀਂ ਕਰ ਰਹੇ ਹਾਂ ਉਸ ਕੈਮਰੇ ਦੀ ਪਕੜ ਵਿੱਚ ਉਹ ਕੁਝ ਹੀ ਆ ਰਿਹਾ ਹੈ। ਸੋ ਸਾਡੇ ਅੰਦਰ ਨਾ ਜੀ ਇੱਕ ਕੈਮਰਾ ਫਿੱਟ ਕੀਤਾ ਹੈ ਪ੍ਰਮਾਤਮਾ ਨੇ, ਤੇ ਉਹ ਕੈਮਰੇ ਤੋਂ ਅਸੀਂ ਕਦੀ ਵੀ ਲੁਕ ਛਿਪ ਕੇ ਕੁਝ ਨਹੀਂ ਕਰ ਸਕਦੇ। ਉਸੇ ਨੂੰ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਆਖਿਆ ਸਭਨਾ ਲਿਖਿਆ ਵੁੜੀ ਕਲਾਮ। ਪਰਮੇਸ਼ਵਰ ਦੀ ਕਲਮ ਚੱਲ ਰਹੀ ਏ ਤੇ ਲਿਖ ਉਹ ਰਹੀ ਏ ਜੋ ਅਸੀਂ ਕਰ ਰਹੇ ਹਾਂ। ਕੈਮਰਾ ਮੂਵੀ ਉਹ ਬਣਾ ਰਿਹਾ ਜੋ ਕੈਮਰੇ ਦੇ ਸਾਹਮਣੇ ਹਰਕਤ ਹੋ ਰਹੀ ਏ। ਉਹ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ, ਨਾ ਕੁਝ ਘੱਟ ਕਰ ਰਿਹਾ, ਨਾ ਕੁਝ ਵੱਧ ਕਰ ਰਿਹਾ। ਬਿਲਕੁਲ ਸੇਮ ਚੀਜ਼ ਜੋ ਅਸੀਂ ਕਰਦੇ ਹਾਂ ਉਹਦੇ ਸਾਹਮਣੇ ਉਹ ਹੀ ਉਹ ਸਾਡੀ ਮੂਵੀ ਬਣਾ ਰਿਹਾ ਹੈ। ਬਸ ਇਹ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ। ਅਸੀਂ ਆਪ ਹੀ ਕੀਤਾ ਜੋ ਵੀ, ਤੇ ਮੈਨੂੰ ਲੱਗਦਾ ਆਪਾਂ ਕੁਝ ਚੰਗਾ ਹੀ ਕੀਤਾ ਹੈ, ਮਾੜਾ ਨਹੀਂ ਜੇ ਕੀਤਾ। ਚੰਗਾ ਕੀਤਾ ਤੇ ਸਾਨੂੰ ਚੰਗਿਆਂ ਦੀ ਸੰਗਤ ਮਿਲੀ ਹੈ। ਚੰਗਿਆਂ ਤੋਂ ਭਾਵ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਸ ਵਕਤ ਆਪਾਂ ਸੰਗਤ ਪੈ ਕਰਨੇ ਆ। ਜੇ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਮਿਲੀ ਹੈ ਤੇ ਇਹਦਾ ਮਤਲਬ ਹੈ ਕਿ ਅਸੀਂ ਕੁਝ ਨਾ ਕੁਝ ਜ਼ਰੂਰ ਚੰਗਾ ਹੀ ਕੀਤਾ ਹੋਏਗਾ, ਮਾੜਾ ਨਹੀਂ ਕੀਤਾ। ਸੋ ਆਪਾਂ ਸਕਾਰਾਤਮਕ ਸੋਚ ਰੱਖਣੀ ਹੈ, ਨੈਗੇਟਿਵ ਨਹੀਂ ਸੋਚਣਾ। ਮੰਦਾ ਨਹੀਂ ਅਸੀਂ ਕੀਤਾ, ਅਸੀਂ ਬਹੁਤ ਚੰਗਾ ਕੀਤਾ ਹੈ। ਸਾਨੂੰ ਗੁਰੂ ਮਹਾਰਾਜ ਦੀ ਚੰਗੀ ਸੰਗਤ ਮਿਲੀ ਹੈ ਤੇ ਅਸੀਂ ਇਸ ਸੰਗਤ ਵਿੱਚੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ ਗੁਰੂ ਜੀ ਦੀ ਬਾਣੀ ਰਾਹੀਂ, ਉਸ ਨੂੰ ਜੀਵਨ ਵਿੱਚ ਕਮਾ ਕੇ ਅਸੀਂ ਅੱਗੇ ਹੋਰ ਚੰਗੇ ਬਣਨਾ ਹੈ। ਅੱਗੇ ਆਖਦੇ ਨੇ ਗੁਰੂ ਜੀ, ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਹੁਣ ਪ੍ਰਭੂ ਸੁੱਖ ਵੀ ਦੇਣ ਵਾਲਾ ਹੈ ਤੇ ਦੁੱਖ ਵੀ ਦੇਣ ਵਾਲਾ ਹੈ। ਉਹ ਸੁੱਖ ਦੁੱਖ ਅਸੀਂ ਜੇ ਆਖੀਏ ਵੀ ਦੁੱਖ ਵੀ ਉਹਨੇ ਹੀ ਦਿੱਤਾ ਹੈ ਤੇ ਸੁੱਖ ਵੀ ਉਹਨੇ ਹੀ ਦਿੱਤਾ ਹੈ, ਫਿਰ ਅਸੀਂ ਸੁੱਖ ਵਿੱਚ ਤੇ ਸੱਚੀ ਮੁੱਚੀ ਉਹਦਾ ਧੰਨਵਾਦ ਜ਼ਰੂਰ ਕਰਾਂਗੇ। ਪਰ ਜਦੋਂ ਅਸੀਂ ਆਖਾਂਗੇ ਦੁੱਖ ਵੀ ਉਹਨੇ ਦਿੱਤਾ, ਫਿਰ ਉਹਨੂੰ ਕੋਸਾਂਗੇ ਵੀ। ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ। ਪ੍ਰਭ ਦੇਵਨਹਾਰ ਜ਼ਰੂਰ ਹੈ, ਪਰ ਉਹ ਸਾਡੇ ਕੀਤੇ ਦਾ ਹੀ ਫਲ ਸਾਨੂੰ ਦਿੰਦਾ ਹੈ। ਜੋ ਕਿਸੇ ਨੇ ਕੀਤਾ ਉਹਦੇ ਬਦਲੇ ਵਿੱਚ ਉਹਨੂੰ ਦੁੱਖ ਚਾਹੀਦਾ ਜਾਂ ਸੁੱਖ ਚਾਹੀਦਾ, ਉਹ ਹੀ ਉਹ ਦੇਈ ਜਾ ਰਿਹਾ ਹੈ। ਉਹ ਕਿਸੇ ਦੇ ਨਾਲ ਅਨਿਆਂ ਨਹੀਂ ਕਰਦਾ। ਉਹਦਾ ਹਮੇਸ਼ਾ ਜਿਹੜਾ ਨਿਆਂ ਹੈ ਉੱਥੇ ਸੱਚੇ ਹੀ ਸੱਚ ਨਿਬੜੈ। ਉੱਥੇ ਉਹਦੇ ਦਰ ਤੇ ਹਮੇਸ਼ਾ ਸੱਚਾਈ ਦੇ ਆਧਾਰ ਤੇ ਫੈਸਲੇ ਹੁੰਦੇ ਨੇ। ਜੇ ਅਸੀਂ ਮਾੜੇ ਕਰਮ ਕੀਤੇ ਨੇ ਦੁੱਖ ਮਿਲਣਗੇ, ਚੰਗੇ ਕਰਮ ਕੀਤੇ ਨੇ ਸੁੱਖ ਮਿਲਣਗੇ, ਲੇਕਿਨ ਇਹ ਦੋਵੇਂ ਚੀਜ਼ਾਂ ਦੇਣ ਵਾਲਾ ਪ੍ਰਭੂ ਹੀ ਹੈ। ਯਾਨੀ ਉਹਦੇ ਹੁਕਮ ਵਿੱਚ ਹੀ ਸਾਨੂੰ ਮਿਲ ਰਿਹਾ ਹੈ, ਲੇਕਿਨ ਕੀਤਾ ਅਸੀਂ ਆਪ ਹੀ ਹੈ। ਇਸ ਲਈ ਗੁਰੂ ਜੀ ਆਖਦੇ ਨੇ ਅਵਰ ਤਿਆਗ। ਹੁਣ ਤੂੰ ਇਸ ਤਰ੍ਹਾਂ ਕਰ, ਪਿੱਛੇ ਜੋ ਹੋਇਆ ਹੋਇਆ, ਬਾਕੀ ਸਾਰੀਆਂ ਤਿਆਗ ਦੇ ਚੀਜ਼ਾਂ ਛੱਡ ਦੇ, ਹੋਰ ਆਸਰੇ ਹੋਰ ਪਰਨੇ ਛੱਡ ਦੇ, ਤਿਆਗ ਦੇ, ਤੂੰ ਤਿਸੈ ਚਿਤਾਰ। ਉਸ ਵਾਹਿਗੁਰੂ ਨੂੰ ਚਿੱਤ ਵਿੱਚ ਵਸਾ। ਉਸ ਵਾਹਿਗੁਰੂ ਜੀ ਨੂੰ ਚਿੱਤ ਵਿੱਚ ਵਸਾਉਣ ਦੇ ਨਾਲ ਕੀ ਹੋਏਗਾ, ਤੇਰੇ ਮਾੜੇ ਕਰਮ ਜਿਹੜੇ ਨੇ ਉਹ ਚੰਗਿਆਂ ਵਿੱਚ ਤਬਦੀਲ ਹੋ ਜਾਣੇ ਨੇ। ਜਦੋਂ ਕੋਈ ਬੱਚਾ, ਕੋਈ ਯੰਗ ਜਦੋਂ ਮਾੜੀ ਸੰਗਤ ਨੂੰ ਛੱਡ ਦੇਵੇ ਤੇ ਚੰਗੀ ਵਿੱਚ ਬਹਿਣ ਲੱਗ ਪਵੇ, ਆਮ ਲੋਕ ਆਖਣ ਲੱਗ ਪੈਂਦੇ ਨੇ ਨਹੀਂ ਹੁਣ ਉਹ ਮਾੜਾ ਨਹੀਂ ਰਿਹਾ, ਹੁਣ ਉਹ ਚੰਗਾ ਹੋ ਗਿਆ।
ਵੇਖ ਪਹਿਲਾਂ ਉਹ ਫਲਾਣੇ ਦੀ ਸੰਗਤ ਬਹਿੰਦਾ ਸੀ, ਨਹੀਂ ਉਹਦੇ ਕੋਲ ਹੁਣ ਕਦੀ ਨਹੀਂ ਹੋ ਜਾਂਦਾ। ਉਹਨੇ ਛੱਡਤੀ ਉਹ ਮਾੜੀ ਸੰਗਤ, ਨਸ਼ੇ ਕਰਨ ਵਾਲਿਆਂ ਦੀ, ਬੁਰੇ ਕਰਮ ਕਮਾਉਣ ਵਾਲਿਆਂ ਦੀ, ਉਹਨਾਂ ਦੀ ਸੰਗਤ ਵਿੱਚ ਨਹੀਂ ਹੁਣ ਜਾਂਦਾ। ਹੁਣ ਤੇ ਉਹ ਗੁਰਦੁਆਰੇ ਜਾਂਦਾ, ਹੁਣ ਤੇ ਮੱਥਾ ਟੇਕਦਾ, ਹੁਣ ਤੇ ਬਾਣੀ ਪੜ੍ਹਦਾ, ਤੇ ਉਹ ਚੰਗਾ ਹੋਣਾ ਸ਼ੁਰੂ ਹੋ ਜਾਂਦਾ। ਬਸ ਇੰਨੀ ਕਿਤੇ ਗੱਲ ਸਮਝਣ ਵਾਲੀ ਹੈ। ਅਵਰ ਤਿਆਗ, ਉਹ ਮਾੜਾ ਸਭ ਕੁਝ ਛੱਡ ਦੇ, ਤਿਸੈ ਚਿਤਾਰ, ਉਸ ਮਾਲਕ ਨੂੰ ਚੇਤੇ ਕਰ ਹੁਣ, ਤੇ ਤੈਨੂੰ ਫਿਰ ਜ਼ਿੰਦਗੀ 'ਚ ਸੁੱਖ ਮਿਲਣਗੇ, ਚੰਗਾ ਸਭ ਕੁਝ ਚੰਗਾ ਹੋ ਜਾਏਗਾ। ਜੋ ਕਛ ਕਰੈ ਸੋਈ ਸੁਖ ਮਾਨ, ਵਾਹਿਗੁਰੂ ਜੀ ਦੇ ਹੁਕਮ ਵਿੱਚ ਆ ਜਾ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖ। ਜੋ ਪ੍ਰਮਾਤਮਾ ਕਰਦਾ ਉਸ ਨੂੰ ਸੁੱਖ ਕਰਕੇ ਜਾਣ, ਕਿਉਂਕਿ ਪ੍ਰਮਾਤਮਾ ਨੇ ਤੇਰੇ ਨਾਲ ਅਨਿਆਂ ਨਹੀਂ ਕੀਤਾ, ਉਹ ਨਿਆਂ ਹੀ ਕਰਦਾ ਹੈ, ਤੇ ਤੇਰੇ ਕੀਤੇ ਦਾ ਤੈਨੂੰ ਫਲ ਦੇ ਰਿਹਾ ਹੈ। ਤੇ ਜੋ ਵੀ ਤੈਨੂੰ ਮਿਲ ਰਿਹਾ ਉਹ ਤੇਰੇ ਕੀਤੇ ਦਾ ਮਿਲ ਰਿਹਾ, ਉਸ ਨੂੰ ਸੁੱਖ ਕਰਕੇ ਮੰਨ। ਹੁਣ ਭੁੱਲਾ ਕਾਹੇ ਫਿਰ ਹੈ ਅਜਾਨ, ਐ ਅਣਜਾਣ ਮਨੁੱਖ ਤੂੰ ਆਪਣੇ ਜੀਵਨ 'ਚ ਭੁੱਲਿਆ ਭਟਕਿਆ ਕਿਉਂ ਫਿਰਦਾ ਹੈ? ਪਿੱਛੇ ਜੋ ਕੀਤਾ ਹੈ ਹੋ ਗਿਆ ਹੈ, ਹੁਣ ਤੂੰ ਅੱਜ ਤੋਂ ਕੁਝ ਚੰਗਾ ਕਰਨਾ ਸ਼ੁਰੂ ਕਰ। ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਿਆ ਕਰ, ਮਾਨਵਤਾ ਦੀ ਭਲਾਈ ਲਈ ਕੋਈ ਸੋਚ ਬਣਾ, ਕਿਸੇ ਦੇ ਭਲੇ ਲਈ ਅੱਗੇ ਵੱਧ ਕੇ ਕੋਈ ਕਰਮ ਕਮਾ, ਆਪਣੀ ਕਿਰਤ ਸਾਫ ਸੁਥਰੀ ਕਰ ਤੇ ਚੰਗਾ ਇਨਸਾਨ ਬਣ। ਤੂੰ ਕਿਉਂ ਭਟਕਿਆ ਫਿਰਦਾ ਹੈ? ਜੋ ਵਾਹਿਗੁਰੂ ਜੀ ਕਰਦੇ ਨੇ ਉਸ ਨੂੰ ਸੁੱਖ ਹੀ ਮੰਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਬਸ ਇਸ ਤਰ੍ਹਾਂ ਦੀ ਕੋਈ ਗੱਲ ਅਸੀਂ ਆਪਣੇ ਮਨ ਵਿੱਚ ਬਣਾਉਣੀ ਹੈ। ਜੇ ਸਰੀਰਕ ਤੌਰ 'ਤੇ, ਆਰਥਿਕ ਤੌਰ 'ਤੇ, ਪਰਿਵਾਰਕ ਜਾਂ ਸਮਾਜਿਕ ਤੌਰ 'ਤੇ ਕੋਈ ਮੁਸ਼ਕਲਾਂ ਵੀ ਆਉਂਦੀਆਂ ਨੇ, ਦੁੱਖ ਵੀ ਆਉਂਦੇ ਨੇ, ਤੇ ਉਹ ਪਰਮਾਤਮਾ ਨੂੰ ਨਹੀਂ ਕੋਸਣਾ, ਉਹ ਇਸ ਤਰ੍ਹਾਂ ਹੀ ਸਮਝਣਾ ਹੈ ਕਿ ਉਹ ਮੇਰਾ ਹੀ ਕੀਤਾ ਹੋਇਆ ਕੁਛ ਮੇਰੇ ਸਾਹਮਣੇ ਆ ਰਿਹਾ ਹੈ, ਲੇਕਿਨ ਹੁਣ ਮੈਂ ਉਸ ਵਾਹਿਗੁਰੂ ਜੀ ਦੀ ਰਜ਼ਾ ਨੂੰ ਸਿਰ ਮੱਥੇ 'ਤੇ ਮੰਨਦਾ ਹਾਂ, ਤੇ ਮੈਂ ਉਸ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਜੁੜਦਾ ਹਾਂ। ਨਾਮ ਸਿਮਰਨ ਵਿੱਚ ਜੁੜਨ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਸਾਡੇ ਮਨ ਨੂੰ ਸਹਿਜਤਾ ਮਿਲਦੀ ਹੈ, ਫਿਰ ਮਨ ਟਿਕਾ ਵਿੱਚ ਆ ਜਾਂਦਾ ਹੈ। ਹੁਣ ਸਮਝਾਉਂਦੇ ਨੇ ਸਾਨੂੰ ਵੀ ਤੂੰ ਇਸ ਤਰ੍ਹਾਂ ਵੇਖ, ਕੌਣ ਬਸਤਾਈ ਤੇਰਾ ਸੰਗ। ਜਿਸ ਦਿਨ ਤੂੰ ਸੰਸਾਰ ਵਿੱਚ ਆਇਆ ਸੈਂ, ਸਿਆਣੇ ਲੋਕ ਕਹਿੰਦੇ ਹੁੰਦੇ ਨੇ ਮੁੱਠੀਆਂ ਖਾਲੀ ਹੁੰਦੀਆਂ ਨੇ, ਕੁਛ ਵੀ ਹੱਥਾਂ 'ਚ ਨਹੀਂ ਹੁੰਦਾ, ਕੁਛ ਵੀ ਅਸੀਂ ਲੈ ਕੇ ਨਹੀਂ ਆਉਂਦੇ। ਕਿਹੜੀ ਚੀਜ਼ ਜਿਹੜੀ ਸੰਸਾਰ ਵਿੱਚ ਆਉਣ ਲੱਗਿਆ ਸਾਡੇ ਨਾਲ ਆਈ? ਕੁਛ ਵੀ ਨਹੀਂ ਆਇਆ। ਅਸੀਂ ਆਖਾਂਗੇ ਸਰੀਰ ਸਾਡੇ ਨਾਲ ਆਇਆ, ਸਰੀਰ ਸਾਡੇ ਨਾਲ ਨਹੀਂ ਆਇਆ। ਸਰੀਰ ਵੀ ਇੱਥੋਂ ਦਾ ਹੀ ਸਾਜੋ ਸਮਾਨ ਹੈ, ਇਹ ਸਾਡੇ ਨਾਲ ਕਿਤੋਂ ਨਹੀਂ ਆਇਆ, ਅਸੀਂ ਕਿਤੋਂ ਹੋਰ ਥਾਂ ਆਏ ਹੋਏ ਹਾਂ। ਉਸ ਚੀਜ਼ ਨੂੰ ਜਿੱਦਣ ਸਾਨੂੰ ਸਮਝ ਆ ਗਈ ਨਾ, ਬੜੇ ਝੇੜੇ ਮੁੱਕ ਜਾਣੇ ਨੇ ਸਾਡੀ ਜ਼ਿੰਦਗੀ ਦੇ, ਕਿ ਅਸੀਂ ਤੇ ਇੱਥੋਂ ਦੇ ਵਸਨੀਕ ਹੀ ਨਹੀਂ ਆ, ਅਸੀਂ ਤੇ ਕਿਤੋਂ ਹੋਰ ਥਾਂ ਆਏ ਹਾਂ, ਤੇ ਉੱਥੇ ਅਸੀਂ ਵਾਪਸ ਚਲੇ ਜਾਣਾ ਹੈ, ਤੇ ਇੱਥੇ ਕੀ ਅਸੀਂ ਆ ਮੈਂ ਮੇਰੀ ਵਿੱਚ ਫਸ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਪੈ ਕਰਨੇ ਆ। ਕੌਣ ਬਸਤਾਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ। ਇੱਥੇ ਪਤੰਗੇ ਦੀ ਉਦਾਹਰਨ ਵਾਂਗੂ ਲਿਆ ਕਿ ਜਿਵੇਂ ਪਤੰਗਾ ਉਹ ਸ਼ਮਾ ਦੇ ਉੱਤੇ, ਜੋਤ ਦੇ ਉੱਤੇ, ਲਾਈਟ ਦੇ ਉੱਤੇ ਸੜ ਮਰਦਾ ਹੈ ਲੋਭ ਵਸ। ਲਪਟ ਰਹੇ ਹੋ, ਤੂੰ ਉਹਦੇ ਵਾਂਗੂ ਇਸ ਸੰਸਾਰਿਕ ਪਦਾਰਥਾਂ ਨਾਲ ਲਪਟਿਆ ਹੋਇਆ, ਮੋਹ ਮਮਤਾ ਵਿੱਚ ਫਸਿਆ ਹੋਇਆ। ਇਹਨੂੰ ਤਿਆਗ, ਤੇ ਤਿਆਗਣ ਤੋਂ ਭਾਵ ਇਹ ਨਹੀਂ ਲੈਣਾ ਕਿ ਇਹਨੂੰ ਛੱਡ ਕੇ ਕਿਤੇ ਜਾਣਾ ਹੈ। ਤਿਆਗਣ ਤੋਂ ਭਾਵ ਮਨ ਕਰਕੇ ਇਸ ਤੋਂ ਉੱਚਾ ਉੱਠਣਾ ਹੈ। ਕਿ ਜਦੋਂ ਅਸੀਂ ਹੁਣ ਅੱਜ ਜੇ ਆਪਾਂ ਇਸ ਆਪਣੀ ਵਿਚਾਰ ਤੋਂ ਕਲਾਸ ਤੋਂ ਬਾਅਦ ਇਕੱਲੇ ਬੈਠ ਕੇ ਸੋਚੀਏ ਵੀ ਇਸ ਤਰ੍ਹਾਂ ਆਰਾਮ ਦੇ ਨਾਲ ਵੀ ਮੇਰੇ ਨਾਲ ਭਲਾ ਕਿਹੜੀ ਚੀਜ਼ ਆਈ ਸੀ ਜਦੋਂ ਮੈਂ ਪੈਦਾ ਹੋਇਆ ਸਾਂ, ਤੇ ਵੇਖਿਆ ਜੇ ਕਿੰਨੇ ਮਨ ਦੇ ਉੱਤੋਂ ਜਿਹੜੇ ਫਿਕਰ ਨੇ, ਤੌਖਲੇ ਨੇ, ਸਹਿ ਸੁਭਾਈ ਲੱਥ ਜਾਣੇ ਨੇ। ਵੀ ਜਿੱਦਣ ਮੈਂ ਇੱਥੇ ਆਇਆ ਸਾਂ ਮੈਂ ਖਾਲੀ ਹੱਥ ਤੇ ਆਇਆ ਸਾਂ, ਤੇ ਜਦੋਂ ਇੱਥੋਂ ਜਾਣਾ ਹੈ ਉਦੋਂ ਕੀ ਜਾਣਾ ਮੇਰੇ ਨਾਲ, ਉਦੋਂ ਵੀ ਖਾਲੀ ਹੱਥ ਹੀ ਜਾਣਾ ਹੈ। ਤੇ ਫਿਰ ਮੈਂ ਆ ਵਿੱਚ ਥੋੜ੍ਹੀ ਜਿਹੀ ਜ਼ਿੰਦਗੀ ਜਿਉਣ ਲਈ ਮੈਂ ਇੰਨਾ ਕਿਉਂ ਤਰਲੋ ਮੱਛੀ ਹੋਇਆ ਰਹਿਣਾ ਵਾਂ? ਕੀ ਜ਼ਰੂਰਤ ਪੈ ਗਈ ਮੈਨੂੰ ਇੰਨਾ ਪਰੇਸ਼ਾਨ ਹੋਣ ਦੀ? ਜੋ ਹੋ ਰਿਹਾ ਭਲਾ ਹੀ ਤੇ ਹੋ ਰਿਹਾ। ਮੇਰਾ ਇੰਨਾ ਹੀ ਫਰਜ਼ ਹੈ ਮੈਂ ਆਪਣੀ ਕਿਰਤ ਚੰਗੀ ਸਾਫ ਸੁਥਰੀ ਕਰਦਾ ਜਾਵਾਂ, ਚੰਗੇ ਲੋਕਾਂ ਦੀ ਸੰਗਤ ਵਿੱਚ ਬੈਠਾਂ, ਚੰਗੇ ਕਰਮ ਕਮਾਵਾਂ, ਤੇ
ਇੱਥੋਂ ਮੈਂ ਚਲੇ ਜਾਣਾ ਹੈ, ਮੈਂ ਇੱਥੇ ਰਹਿਣਾ ਥੋੜ੍ਹੀ ਸਦਾ ਲਈ। ਬਸ ਆਹ ਗੱਲ ਸਮਝਣੀ ਹੈ ਜੀ, ਕੌਣ ਬਸਤਾਈ ਤੇਰੇ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ। ਤੂੰ ਇਸ ਮਾਇਆ ਮੋਹ ਦੇ ਰਸਾਂ ਵਿੱਚ ਉਲਝਿਆ ਹੋਇਆ ਹੈ, ਉਸ ਪਤੰਗੇ ਦੀ ਤਰ੍ਹਾਂ ਜਿਹਦੇ ਸਾਰੀ ਰਾਤ ਖੰਭ ਸੜਦੇ ਰਹਿੰਦੇ ਨੇ ਵਿਚਾਰੇ ਦੇ, ਪਰ ਉਹਨੂੰ ਛੱਡ ਕੇ ਜਾਂਦਾ ਨਹੀਂ, ਉੱਥੇ ਹੀ ਮਰਦਾ ਉਹ ਹੀ ਹਾਲਤ ਸਾਡੀ ਬਣੀ। ਅਸੀਂ ਇਸ ਮਾਇਆ ਮੋਹ ਵਿੱਚ ਉਸੇ ਤਰ੍ਹਾਂ ਹੀ ਗਲਤਾਨ, ਉਸੇ ਤਰ੍ਹਾਂ ਹੀ ਫਸੇ ਹੋਏ ਹਾਂ। ਦੁੱਖ ਆਉਂਦੇ ਨੇ ਫਿਰ ਵੀ ਅਸੀਂ ਉੱਥੇ ਹੀ ਮਰੀ ਖਪੀ ਜਾਂਦੇ ਹਾਂ। ਸੋ ਮਹਾਰਾਜ ਸਾਨੂੰ ਇਸ ਤੋਂ ਉੱਚਾ ਉੱਠਣ ਲਈ ਪ੍ਰੇਰਨਾ ਕਰਦੇ ਨੇ ਤੇ ਅਖੀਰ ਵਿੱਚ ਆਖਦੇ ਨੇ, ਰਾਮ ਨਾਮ ਜਪ ਹਿਰਦੇ ਮਾਹੇ। ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਨਾਨਕ ਪਤ ਸੇਤੀ ਘਰ ਜਾਹੇ, ਤੂੰ ਆਪਣੀ ਇੱਜ਼ਤ ਨਾਲ ਆਪਣੇ ਘਰ ਵਾਪਸ ਚਲੇ ਜਾਏਗਾ। ਜਿੱਥੋਂ ਤੂੰ ਆਇਆ ਹੈ ਤੂੰ ਉੱਥੇ ਚਲਾ ਜਾਏਗਾ ਜੇ ਤੂੰ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪੇ। ਹਿਰਦੇ ਵਿੱਚ ਜਪਣ ਤੋਂ ਭਾਵ ਹੈ ਲੋਕ ਵਿਖਾਵਾ ਨਹੀਂ ਕਰਨਾ ਕਿ ਲੰਮੀ ਜੀ ਮਾਲਾ ਫੜ ਲਈ ਹੱਥ ਵਿੱਚ ਤੇ ਲੋਕਾਂ ਨੂੰ ਵਿਖਾਉਂਦੇ ਫਿਰੇ, ਗੁਰਦੁਆਰੇ ਆ ਕੇ ਲੰਮੇ ਪੈ ਪੈ ਕੇ ਮੱਥੇ ਟੇਕੇ। ਤੇ ਕਈ ਪਖੰਡ ਲੋਕ ਕਰਦੇ ਨੇ, ਤੁਸੀਂ ਵੇਖਿਆ ਹੀ ਹੈ, ਮੈਂ ਹੁਣ ਕੀ ਆਖਣਾ ਹੈ। ਉਹ ਪਖੰਡ ਕਰਨ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਆਪਣੇ ਅੰਦਰ ਉਸ ਮਾਲਕ ਨੂੰ ਯਾਦ ਕਰਨਾ ਹੈ। ਮੈਂ ਅਖੀਰ ਵਿੱਚ ਨਾ ਜੀ ਇੱਕ ਗੁਰੂ ਮਹਾਰਾਜ ਦਾ ਬਚਨ ਹੈ, ਚੌਥੇ ਪਾਤਸ਼ਾਹ ਜੀ ਦਾ, ਜਿਹੜਾ ਆਪਾਂ ਲਾਵਾਂ 'ਚ ਪੜ੍ਹਦੇ ਹੁੰਦੇ, ਮੈਨੂੰ ਬਹੁਤ ਚੰਗਾ ਲੱਗਿਆ ਅੱਜ। ਗੁਰੂ ਜੀ ਆਖਦੇ ਨੇ, ਹਿਰਦੈ ਹਰ 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 ਧੋਨੇ ਉਪਜੀ, ਰਾਮ ਨਾਮ ਜਪ ਹਿਰਦੇ ਮਾਹੇ। ਜਦੋਂ ਅਸੀਂ ਆਪਣੇ ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਬਾਰ-ਬਾਰ ਜਪਦੇ ਹਾਂ ਨਾ ਜੀ, ਇੱਕ ਵਕਤ ਆਉਂਦਾ ਹੈ ਕਿ ਹੌਲੀ ਹੌਲੀ ਹਿਰਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਇੱਕ ਧੁਨ ਪੈਦਾ ਹੋ ਜਾਂਦੀ ਹੈ। ਜੇ ਤੁਹਾਡੇ ਕਿਸੇ ਦੇ ਅੰਦਰ ਪੈਦਾ ਹੋਈ ਹੋਵੇ, ਤੁਸੀਂ ਭਾਗਾਂ ਵਾਲੇ ਹੋ। ਜੇ ਨਹੀਂ ਹੋਈ ਤੇ ਕੋਸ਼ਿਸ਼ ਕਰੋ, ਮੈਂ ਵੀ, ਤੁਸੀਂ ਵੀ, ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਆਪਣੇ ਅੰਦਰ ਉਤਰਨ ਦਾ ਯਤਨ ਕਰਿਆ ਕਰੀਏ ਤੇ ਜਿਹੜੀ ਜਪ ਜਪ ਕੇ ਆਪਣੇ ਹਿਰਦੇ ਵਿੱਚ ਇੱਕ ਧੁਨ ਪੈਦਾ ਕਰੀਏ। ਤੇ ਉਹ ਪੈਦਾ ਅਸਲ 'ਚ ਕੀਤੀ ਨਹੀਂ ਜਾਂਦੀ, ਉਹ ਹੋ ਜਾਂਦੀ। ਉਪਜੀ ਤੋਂ ਭਾਵ ਹੈ ਆਪੇ ਹੀ ਉਪਜ ਹੁੰਦੀ ਹੈ, ਪੈਦਾ ਹੋ ਜਾਂਦੀ ਹੈ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਇਹ ਜਿਹੜਾ ਜਾਪ ਹੈ ਨਾ ਜੀ, ਜਿਹਨੂੰ ਆਖਿਆ ਰਾਮ ਨਾਮ ਜਪ ਹਿਰਦੇ ਮਾਹੇ, ਜਪੀਐ ਮਸਤਕ ਭਾਗ ਜੀਓ। ਮੱਥੇ ਦੇ ਚੰਗੇ ਭਾਗ ਹੋਣ ਤੇ ਜਪਿਆ ਜਾਂਦਾ ਜੀ, ਉਂਝ ਜਪਿਆ ਵੀ ਨਹੀਂ ਜੇ ਜਾਂਦਾ। ਤੇ ਭਾਗ ਚੰਗੇ ਆਪਾਂ ਆਪ ਬਣਾਉਣੇ ਨੇ। ਸਿਆਣੇ ਲੋਕ, ਜਿਹੜੇ ਵਿਦਵਾਨ ਪੜ੍ਹੇ ਲਿਖੇ ਲੋਕ ਨੇ, ਉਹ ਇਹ ਗੱਲ ਕਹਿੰਦੇ ਨੇ, ਕਿਸਮਤ ਬਣਾਈ ਜਾਂਦੀ ਹੈ, ਬਣੀ ਬਣਾਈ ਨਹੀਂ ਮਿਲਦੀ। ਸੋ ਕਿਸਮਤ ਬਣਾਉਣੀ ਹੈ, ਭਾਗ ਬਣਾਉਣਾ ਹੈ ਆਪਣਾ, ਤੇ ਉਹ ਆਪਾਂ ਆਪ ਬਣਾਉਣਾ ਹੈ। ਤੇ ਬਣਨਾ ਕਿਵੇਂ ਆ? ਜਪ ਜਪ ਕੇ। ਜਿਵੇਂ ਜਿਵੇਂ ਵਧੇਰੇ ਸਮਾਂ ਲਾਵਾਂਗੇ, ਜਿਵੇਂ ਜਿਵੇਂ ਵਧੇਰੇ ਜਪ ਕਰਾਂਗੇ, ਤਿਵੇਂ ਤਿਵੇਂ ਸਾਡੇ ਅੰਦਰ ਇੱਕ ਵਾਹਿਗੁਰੂ ਜੀ ਦੇ ਨਾਮ ਦੀ ਧੁਨ ਉਪਜੇਗੀ, ਪ੍ਰਗਟ ਹੋਏਗੀ। ਜਨ ਨਾਨਕ ਬੋਲੇ ਤੀਜੀ ਲਾਮ ਹੈ। ਇਹ ਤੀਜੀ ਲਾਮ ਵਿੱਚ ਗੱਲ ਬਣਦੀ ਹੈ। ਹਿਰਦੇ ਵਿੱਚ ਧੁਨ ਜਦੋਂ ਉਪਜਦੀ ਹੈ, ਉਦੋਂ ਕੀ ਹੁੰਦਾ? ਹਰ ਉਪਜੈ ਮਨ ਬੈਰਾਗ ਜੀਓ। ਮਨ ਵਿੱਚ ਫਿਰ ਵਿਰਾਗ ਪੈਦਾ ਹੁੰਦਾ ਹੈ, ਤੇ ਉਹ ਵਿਰਾਗ ਜਿਹੜਾ ਹੈ ਨਾ, ਉਹ ਸਾਨੂੰ ਇਸ ਮਾਇਆ ਦੇ ਬੰਧਨਾਂ ਤੋਂ ਸਾਡਾ ਛੁਟਕਾਰਾ ਕਰਾਉਂਦਾ ਹੈ। ਇਹ ਵਿਰਾਗ ਆਉਣਾ ਬੜਾ ਜ਼ਰੂਰੀ ਹੈ ਜੀਵਨ ਵਿੱਚ, ਕਿ ਇਹ ਸਭ ਕੁਝ ਜੋ ਮੈਂ ਆਪਣੇ ਦੁਆਲੇ ਇਕੱਠਾ ਕੀਤਾ ਹੈ, ਕਿ ਇਹ ਮੇਰੇ ਨਾਲ ਜਾਏਗਾ? ਇਹਦੇ ਚੋਂ ਕੁਝ, ਚਾਹੇ ਸਾਡਾ ਪਰਿਵਾਰ ਹੈ, ਚਾਹੇ ਘਰ ਗ੍ਰਸਤ ਹੈ, ਚਾਹੇ ਜੋ ਕੁਝ ਵੀ ਆਪਾਂ ਕੀਤਾ ਹੈ। ਕਦੀ ਇਕੱਲਿਆਂ ਬਹਿ ਕੇ ਤਰ੍ਹਾਂ ਸੋਚਣਾ, ਪਤੀ ਪਤਨੀ ਆਪਸ ਵਿੱਚ ਬਹਿ ਕੇ ਇਕੱਲੇ ਬੈਠ ਕੇ ਸੋਚਣ ਕਿ ਕੀ ਅਸੀਂ ਇੱਥੇ ਇਕੱਠੇ ਹੋਏ ਹਾਂ ਇੰਨਿਆਂ ਸਾਲਾਂ ਦੇ, ਜਦੋਂ ਜਾਵਾਂਗੇ ਕਿ ਇਕੱਠੇ ਜਾਵਾਂਗੇ ਕਿ ਵੱਖਰੇ ਵੱਖਰੇ ਜਾਵਾਂਗੇ? ਕੌਣ ਕਿੱਧਰੋਂ ਆਇਆ, ਕਿੰਨੇ ਕਿੱਧਰ ਜਾਣਾ, ਕਿਸੇ ਨੂੰ ਕੁਛ ਨਹੀਂ ਪਤਾ। ਫਿਰ ਕਿਉਂ ਅਸੀਂ ਥੋੜ੍ਹੇ ਜਿਹੇ ਸਮੇਂ ਵਾਸਤੇ ਇੰਨੇ ਦੁਖੀ ਹੋ ਰਹੇ ਹਾਂ? ਥੋੜ੍ਹੇ ਜਿਹੇ ਸਮੇਂ ਵਿੱਚ ਵਾਸਤੇ ਅਸੀਂ ਮਿਲੇ ਹਾਂ, ਤੇ ਕਿਉਂ ਨਾ ਸੁੱਖ ਦੀ ਜ਼ਿੰਦਗੀ ਬਿਤਾਈਏ ਤੇ ਵਾਹਿਗੁਰੂ ਜੀ ਨੂੰ ਚਿੱਤ ਵਿੱਚ ਰੱਖੀਏ। ਬਸ ਇਹ ਜਦੋਂ ਵਿਰਾਗ ਪੈਦਾ ਹੁੰਦਾ ਹੈ, ਉਦੋਂ ਸਾਡੀ ਜਿਹੜੀ ਹੈ ਨਾ, ਇਹ ਅਟੈਚਮੈਂਟ, ਜਿਹੜੀ ਪਕੜ ਹੈ ਇਸ ਮੋਹ ਮਮਤਾ ਦੇ ਨਾਲ,
ਇਹ ਵਿਰਾਗ ਜਿਹੜਾ ਉਹ ਛਡਾ ਦਿੰਦਾ ਹੈ। ਵਿਰਾਗ ਨਾਲ ਉਹ ਤੰਦ ਟੁੱਟ ਜਾਂਦੀ ਹੈ। ਸੋ ਗੁਰੂ ਮਹਾਰਾਜ ਜੀ ਨੇ ਅਖੀਰ ਵਿੱਚ ਆਖਿਆ, ਰਾਮ ਨਾਮ ਜਪ ਹਿਰਦੇ ਮਾਹੇ ਨਾਨਕ, ਪਤ ਸੇਤੀ ਘਰ ਜਾਹੇ। ਤੂੰ ਆਪਣੀ ਇੱਜ਼ਤ ਦੇ ਨਾਲ ਆਪਣੇ ਨਿੱਜ ਘਰ ਵਿੱਚ ਪਹੁੰਚ ਜਾਏਗਾ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਸੋ ਅੱਜ ਦੀ ਵਿਚਾਰ ਜੀ ਆਪਾਂ ਇੱਥੇ ਸਮਾਪਤ ਕਰਦੇ ਹਾਂ। ਵਿਚਾਰ ਕਰਦੇ ਹਾਂ ਬਾਣੀ ਦੀ। ਮੇਰੇ ਪਾਸੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ। ਉਹਨਾਂ ਸਾਰੀਆਂ ਭੁੱਲਾਂ ਲਈ ਆਪ ਜੀ ਕੋਲੋਂ ਅਤੇ ਗੁਰੂ ਮਹਾਰਾਜ ਕੋਲੋਂ ਖਿਮਾ ਚਾਹੁੰਦਾ ਹਾਂ ਅਤੇ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸੁਣਿਆ ਹੈ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।